ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਦੇਸ਼ ਤੋਂ ਵਿਦੇਸ਼, ਕਿਉਂਕਿ ਇਸ ਪਲੇਟਫਾਰਮ ਦੇ ਰਾਹੀਂ ਤੁਸੀਂ ਡੇਲੀ ਕੋਈ ਨਾ ਕੋਈ ਅਪਡੇਟ ਜਿਹੜੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੇ ਵੱਲੋਂ ਸੁਣਦੇ ਹੋ ਟੀਵੀ ਦੇ ਉੱਪਰ ਤੇ ਆਨਲਾਈਨ ਪਲੇਟਫਾਰਮ ਦੇ ਰਾਹੀਂ ਜਿਹੜਾ YouTube ਤੇ Facebook ਚੈਨਲ ਹੈ ਉੱਥੇ ਵੀ ਤੁਸੀਂ ਦੇਖਦੇ ਰਹਿੰਦੇ ਹੋ। ਤੁਹਾਡੇ ਬਹੁਤ ਸਾਰੇ ਕੁਐਸਚਨ ਹੁੰਦੇ ਨੇ ਜਿਨ੍ਹਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਵਾਬ ਦੇ ਦਈਏ, ਲੇਕਿਨ ਜਿਹੜਾ ਟਾਈਮ ਹੈ ਉਹਦੀ ਘਾਟ ਹੁੰਦੀ ਹੈ ਤੇ ਟਾਈਮ ਦੇ ਹਿਸਾਬ ਨਾਲ ਕਈ ਕੁਐਸਚਨ ਰਹਿ ਜਾਂਦੇ ਨੇ। ਬੱਚੇ ਫਿਰ ਬਾਅਦ 'ਚ ਨਾਰਾਜ਼ ਵੀ ਹੁੰਦੇ ਨੇ ਕਿ ਸਾਡੇ ਜਿਹੜੇ ਕਾਲ ਨਹੀਂ ਪਿਕ ਕੀਤੀ ਗਈ ਜਾਂ ਫਿਰ ਉਹਨਾਂ ਦਾ ਰਿਸਪੌਂਸ ਜਿਹੜਾ ਜੇ ਉਹ ਸਾਨੂੰ ਕਾਲ ਦਾ ਰਿਸਪੌਂਸ ਨਹੀਂ ਆਇਆ, ਕਿਉਂਕਿ ਜਿਹੜਾ ਟਾਈਮ ਹੈ ਉਹ ਟਾਈਮ ਥੋੜ੍ਹਾ ਘੱਟ ਹੁੰਦਾ। ਟਾਈਮ ਦੇ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਹੈ। ਚਲੋ ਇਸ ਗੱਲ ਜਿਹੜੀ ਬਾਅਦ 'ਚ ਵੀ ਕਰ ਲਾਂਗੇ ਆਪਾਂ, ਲੇਕਿਨ ਸਭ ਤੋਂ ਪਹਿਲੇ ਸਵਾਗਤ ਕਰਦੇ ਹਾਂ ਜਸਮੀਤ ਸਰ। ਸਵਾਗਤ ਤੁਹਾਡਾ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ ਸਰ। ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਅੱਜ ਦੀ ਡੇਟ 'ਚ ਕੈਨੇਡਾ ਦਾ ਰੁਖ ਕਰ ਰਹੇ ਨੇ, ਕਿਉਂਕਿ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਲੱਗਦਾ ਕਿ ਸਰ ਬਹੁਤ ਸਾਰੀ ਓਪਰਚੁਨਿਟੀਜ਼ ਜਿਹੜੀਆਂ ਜੇ ਬੱਚਿਆਂ ਵਾਸਤੇ ਹੈਗੀ ਨੇ। ਖਾਸ ਕਰਕੇ ਆਪਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੱਚੇ ਉੱਥੇ ਸੈਟਲ ਨੇ, ਕਈ ਫੈਮਿਲੀਜ਼ ਵੀ ਕੈਨੇਡਾ ਦੇ ਵਿੱਚ ਸੈਟਲ ਨੇ। ਬੱਚਾ ਜਾਂਦਾ ਆਪਣੀ ਫੈਮਿਲੀ ਨੂੰ ਉੱਥੇ ਜਾ ਕੇ ਬੁਲਾ ਲੈਂਦਾ, ਸੈਟਲ ਕਰ ਲੈਂਦਾ। ਲੇਕਿਨ ਜੇ ਆਪਾਂ ਗੱਲ ਕਰੀਏ ਯੂਕੇ ਦੀ, ਯੂਕੇ ਵੀ ਇੱਕ ਅੱਛਾ ਡੈਸਟੀਨੇਸ਼ਨ ਬਣ ਚੁੱਕਿਆ ਅੱਜ ਦੀ ਡੇਟ 'ਚ। ਤਾਂ ਲੈਂਡਮਾਰਕ ਵੱਲੋਂ ਕੀ ਉਪਰਾਲਾ ਜਿਹੜਾ ਯੂਕੇ ਵਾਸਤੇ ਕੀਤਾ ਜਾ ਰਿਹਾ, ਕਿਸੇ ਬੱਚੇ ਨੇ ਯੂਕੇ ਜਾਣਾ ਹੋਏ ਤਾਂ ਲੈਂਡਮਾਰਕ ਕਿੱਦਾਂ ਦੀ ਜਿਹੜੀ ਹੈਲਪ ਲੈਂਡਮਾਰਕ ਵੱਲੋਂ ਉਹਨਾਂ ਦੀ ਕੀਤੀ ਜਾ ਰਹੀ ਹੈ? ਸੋ ਪਹਿਲੀ ਗੱਲ ਤਾਂ ਯੂਕੇ 'ਚ ਜੇ ਸਟੂਡੈਂਟਸ ਦੇ ਓਵਰਆਲ 6 ਬੈਂਡ ਹੈਗੇ ਆ, 2 ਚੋਂ 5.5 ਬੈਂਡ ਹੈ, ਉਹ ਵੀ ਸਟੂਡੈਂਟ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ। ਜੇ CBSE ਬੋਰਡ ਤੋਂ ਹੈ ਔਰ ਇੰਗਲਿਸ਼ 'ਚ 65 ਤੋਂ ਉੱਤੇ ਹੈ ਤਾਂ ਆਈਲੈਟਸ ਤੋਂ ਬਿਨਾਂ ਵੀ ਸਟੂਡੈਂਟ ਅਪਲਾਈ ਕਰ ਸਕਦਾ। ਜੇ 5.5 ਇਨ ਈਚ ਮੋਡਿਊਲ ਵੀ ਹੈਗੇ ਆ ਤਾਂ ਵੀ ਸਟੂਡੈਂਟ ਯੂਕੇ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦਾ। ਔਰ ਅੱਜ ਦੇ ਸਮੇਂ 'ਚ ਯੂਕੇ ਵੀ ਬੈਚਲਰ ਜਾਂ ਮਾਸਟਰਸ ਕਰਨ ਤੋਂ ਬਾਅਦ 2 ਸਾਲ ਦਾ ਵਰਕ ਪਰਮਿਟ ਦੇ ਰਿਹਾ। ਸੋ ਮੈਨੂੰ ਲੱਗਦਾ ਹੈ ਕਿ ਯੂਕੇ ਇੱਕ ਬਹੁਤ ਵਧੀਆ ਡੈਸਟੀਨੇਸ਼ਨ ਹੈ ਜੇ ਸਟੂਡੈਂਟ ਪੜ੍ਹਨ ਜਾਣਾ ਚਾਹੁੰਦੇ ਹੈ। ਔਰ ਯੂਕੇ 'ਚ ਪਾਊਂਡ ਹੈ, ਤੁਹਾਨੂੰ ਪਤਾ ਹੀ ਹੈ ਕਿ 100 ਰੁਪਏ ਦਾ 100 ਰੁਪੀਜ਼ ਪਲੱਸ ਹੈਗਾ ਪਾਊਂਡ। ਬਟ ਯੂਕੇ ਥੋੜ੍ਹਾ ਜਿਹਾ ਐਕਸਪੈਂਸਿਵ ਹੈ ਐਜ਼ ਕੰਪੇਅਰ ਟੂ ਕੈਨੇਡਾ। ਉਹ ਡੈਫੀਨੇਟਲੀ ਹਮੇਸ਼ਾ ਹੀ ਰਿਹਾ ਹੈ ਕਿ ਯੂਕੇ ਥੋੜ੍ਹਾ ਜਿਹਾ ਐਕਸਪੈਂਸਿਵ ਹੈ। ਫੀਸ ਜਿਹੜੀ ਹੈ ਉਹ 12 ਲੱਖ ਰੁਪਏ ਤੋਂ ਸਾਲਾਨਾ ਸ਼ੁਰੂ ਹੁੰਦੀ ਹੈ ਐਂਡ ਗੋਜ਼ ਅਪ ਟੂ 30 ਲੱਖ ਰੁਪੀਜ਼ ਪਰ ਈਅਰ ਡਿਪੈਂਡਿੰਗ ਔਨ ਯੂਨੀਵਰਸਿਟੀ ਟੂ ਯੂਨੀਵਰਸਿਟੀ। ਸੋ ਸਟੂਡੈਂਟਸ ਲੈਂਡਮਾਰਕ ਇਮੀਗ੍ਰੇਸ਼ਨ ਪਹਿਲੀ ਗੱਲ ਤਾਂ ਕਿਸੇ ਵੀ ਪੈਕੇਜ 'ਚ ਨਹੀਂ ਡੀਲ ਕਰਦਾ, ਸਟੈਪ ਵਾਈਜ਼ ਪ੍ਰੋਸੀਜਰ ਕਰਦਾ। ਫਸਟ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ। ਆਫਰ ਲੈਟਰ ਇਜ਼ ਟੋਟਲੀ ਫ੍ਰੀ। ਆਫਰ ਲੈਟਰ ਆਉਣ ਤੋਂ ਬਾਅਦ 6000 ਪਾਊਂਡ ਤੁਹਾਨੂੰ ਪੇ ਕਰਨੇ ਹੁੰਦੇ ਆ ਟੂ ਗੈਟ ਯੋਰ ਕੈਸ਼ ਲੈਟਰ। ਜਦੋਂ ਕੈਸ਼ ਲੈਟਰ ਆ ਜਾਂਦੀ ਹੈ ਤੁਹਾਡਾ ਐਮਬੈਸੀ 'ਚ ਵੀਜ਼ਾ ਅਪਲਾਈ ਕੀਤਾ ਜਾਂਦਾ। ਤੁਹਾਨੂੰ ਫੰਡ ਸ਼ੋਅ ਕਰਨੇ ਪੈਂਦੇ ਆ 28 ਦਿਨ ਪੁਰਾਣੇ 12 ਤੋਂ। ਅਤੇ ਜੇ ਫੰਡਸ ਤੁਸੀਂ ਗੱਲ ਕਰੀਏ ਤਾਂ ਸਟੂਡੈਂਟ ਨੂੰ 20 ਲੱਖ ਰੁਪਈਆ ਸ਼ੋਅ ਕਰਨਾ ਪਏਗਾ 28 ਡੇਜ਼ ਓਲਡ। ਔਰ ਫੰਡ ਸ਼ੋਅ ਕਰਨ ਤੋਂ ਬਾਅਦ ਬੱਚੇ ਦੀ ਫਾਈਲ ਐਮਬੈਸੀ 'ਚ ਪ੍ਰੋਸੀਡ ਹੋਏਗੀ ਔਰ ਉਹਦਾ ਵੀਜ਼ਾ ਲੱਗ ਕੇ ਆ ਜਾਏਗਾ। ਜੇ ਆਪਾਂ ਸਰ ਗੱਲ ਕਰੀਏ ਗੈਪ ਦੀ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਸਟੂਡੈਂਟ ਹੈਗੇ ਨੇ ਜਿਨ੍ਹਾਂ ਦਾ ਸਟੱਡੀ ਦੇ ਵਿੱਚ ਗੈਪ ਹੋ ਗਿਆ ਹੁੰਦਾ ਜਾਂ ਕੰਟਰੀ ਤੋਂ ਰਿਫਿਊਜ਼ ਹੁੰਦੇ ਨੇ, ਕਿਉਂਕਿ ਕੋਈ ਵੀ ਬੱਚਾ ਤਾਂ ਸਭ ਤੋਂ ਪਹਿਲੇ ਹੀ ਸੋਚਦਾ ਕਿ ਮੈਂ ਕੈਨੇਡਾ ਅਪਲਾਈ ਕਰਾਂ, USA ਅਪਲਾਈ ਕਰਾਂ ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ। ਇਹ ਕੰਟਰੀਆਂ ਜਿਹੜੀਆਂ ਡੈਸਟੀਨੇਸ਼ਨ 'ਚ ਆਉਂਦੀਆਂ ਨੇ ਬੱਚੇ ਦੇ। ਲੇਕਿਨ ਯੂਕੇ ਦਾ ਜਿਹੜਾ ਰੁਖ ਹੈ ਉਹ ਸਭ ਤੋਂ ਲਾਸਟ 'ਚ ਕਰਦਾ ਬੱਚਾ, ਜਦੋਂ ਤੱਕ ਉਹਦੀ ਮੈਨੂੰ ਲੱਗਦਾ ਕਿ ਕੋਈ ਬੱਚਾ ਜਿਹੜਾ ਹੋਏਗਾ ਉਹਨੂੰ 2-3 ਰਿਫਿਊਜ਼ਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਇਨ ਬਿਟਵੀਨ। ਅਤੇ ਜਦੋਂ ਗੈਪ ਬੱਚੇ ਦਾ ਵੱਧ ਜਾਂਦਾ ਤਾਂ ਉਹਦੇ ਲਈ ਯੂਕੇ ਕਿੰਨਾ ਕਿ ਲੀਨੀਅਟ ਹੈ। ਬੇਸਿਕਲੀ ਆਪਾਂ ਗੱਲ ਕਰੀਏ ਤਾਂ ਯੂਕੇ ਦਾ ਜਿਹੜਾ ਗੈਪ ਹੈ ਉਹ ਐਕਸੈਪਟੇਬਲ ਕਿੰਨਾ ਕੁ ਹੈ? ਸੋ ਅਸੀਂ ਜੇ ਯੂਕੇ ਦੀ ਗੱਲ ਕਰੀਏ ਤਾਂ ਗੈਪ ਐਕਸੈਪਟੇਬਲ ਅਪ ਟੂ 10 ਈਅਰਸ। ਜੇ ਅਸੀਂ ਗੱਲ ਕਰਦੇ ਹਾਂ USA ਦੀ ਵੀ, ਉਹ 'ਚ ਵੀ ਗੈਪ ਐਕਸੈਪਟੇਬਲ ਹੈ। ਕੈਨੇਡਾ 'ਚ ਵੀ ਜਸਟੀਫਾਈਡ ਗੈਪ ਇਜ਼ ਐਕਸੈਪਟੇਬਲ। ਔਰ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਇੱਕ ਕੰਟਰੀ ਇੱਦਾਂ ਦਾ ਜਿਸ 'ਚ ਸਭ ਤੋਂ ਜ਼ਿਆਦਾ ਗੈਪ ਘੱਟ ਐਕਸੈਪਟੇਬਲ ਹੈਗਾ। ਸੋ ਯੂਕੇ ਗੈਪ ਐਕਸੈਪਟ ਕਰ ਰਿਹਾ, ਬਟ ਉਹ ਜਸਟੀਫਾਈਡ ਗੈਪ ਹੋਣਾ ਚਾਹੀਦਾ ਕਿ ਤੁਸੀਂ ਉਸ ਗੈਪ ਦੇ ਦੌਰਾਨ ਕੀ ਕੀਤਾ। ਸੋ ਜੇ ਉਹ ਜਸਟੀਫਾਈਡ ਹੈ ਤਾਂ ਤੁਹਾਡਾ ਗੈਪ ਚਾਹੇ ਜਿੰਨਾ ਮਰਜ਼ੀ ਹੋਵੇ ਤੁਸੀਂ ਅਪਲਾਈ ਕਰ ਸਕਦੇ ਹੋ। ਸਰ ਇਹਦੇ ਨਾਲ ਹੀ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਕੈਨੇਡਾ ਦੇ ਵਿੱਚ, ਜਿਹੜਾ ਅੱਜ ਦੀ ਡੇਟ 'ਚ ਬੱਚੇ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਇਨਟੇਕ ਦੀ ਆਪਾਂ ਗੱਲ ਕਰਾਂਗੇ ਤਾਂ ਸੈਪਟੈਂਬਰ ਇਨਟੇਕ 'ਚ ਕਿਆ ਅਵੇਲੇਬਲ ਹੈ? ਜਿਹੜਾ ਜੇ ਆਪਾਂ ਕੈਨੇਡਾ ਦੀ ਗੱਲ ਕਰਾਂਗੇ ਵੈਸੇ, ਕਿਉਂਕਿ ਅਪਲਾਈ ਕਰਨ ਦੇ ਬੱਚੇ ਇਹੋ ਜਿਹੇ ਨੇ ਅਪਲਾਈ ਕਰਨਾ ਹਾਲੇ। ਸੋ ਡੈਫੀਨੇਟਲੀ ਦੇਖੋ ਸਪਟੈਂਬਰ ਇਨਟੇਕ ਇਜ਼ ਆਲਮੋਸਟ 80% ਫੁੱਲ। ਜਿਨ੍ਹਾਂ ਨੇ ਹੁਣ ਸਪਟੈਂਬਰ ਇਨਟੇਕ 'ਚ ਅਪਲਾਈ ਕਰਨਾ ਚਾਹੁੰਦੇ ਆ ਜਾਂ ਜਾਣਾ ਚਾਹੁੰਦੇ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਬਹੁਤ ਘੱਟ ਸੀਟਾਂ ਅਵੇਲੇਬਲ ਹੈਗੀਆਂ। ਬਟ ਸਟਿਲ ਲੈਂਡਮਾਰਕ ਇਮੀਗ੍ਰੇਸ਼ਨ ਕਿਉਂਕਿ ਬਹੁਤ ਜ਼ਿਆਦਾ ਇੰਸਟੀਚਿਊਟਸ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ ਕੈਨੇਡਾ ਦੇ, ਤਾਂ ਹੱਲੇ ਵੀ ਸਾਡੇ ਕੋਲ 15 ਤੋਂ 20% ਸੀਟਸ ਆਰ ਅਵੇਲੇਬਲ। ਸੋ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਸਸਕੈਚੁਅਨ ਪੋਲੀਟੈਕਨਿਕ, ਸੇਂਟ ਕਲੇਅਰ ਕਾਲਜ, ਲੋਇਲਿਸਟ ਕਾਲਜ, ਕੀ ਕਹਿੰਦੇ ਹੈ ਸੂ ਕਾਲਜ ਔਰ ਯੂਨੀਵਰਸਿਟੀ ਆਫ ਰਜਾਈਨਾ, ਵੈਨੀਅਰ ਕਾਲਜ, ਲਸਾਲ ਕਾਲਜ ਜਾਂ ਫਿਰ ਯੂਨੀਵਰਸਿਟੀ ਆਫ ਕੈਨੇਡਾ ਵੈਸਟ, ਤ੍ਰਿਬੈਸ ਕਾਲਜ, ਇਹਨਾਂ ਸਾਰਿਆਂ ਵਿੱਚ ਸਾਡੇ ਕੋਲ ਸੀਟਸ ਆਰ ਅਵੇਲੇਬਲ। ਇਸ ਤੋਂ ਜ਼ਿਆਦਾ ਹੋਰ ਵੀ ਕਾਲਜ ਦੀ ਲਿਸਟ ਹੋਏਗੀ, ਬਟ ਅਵੇਲੇਬਿਲਿਟੀ ਜਿਹੜੀ ਹੈਗੀ ਆ ਉਹ ਡੇਲੀ ਅਪਡੇਟ ਹੁੰਦੀ ਹੈ ਔਰ ਡੇਲੀ ਬੇਸਿਸ 'ਤੇ ਸਾਨੂੰ ਪਤਾ ਲੱਗਦਾ ਕਿ ਕਿਹੜੇ ਕੋਰਸਿਸ ਖੁੱਲ੍ਹੇ ਹੈ, ਕਿਹੜੇ ਕੋਰਸਿਸ ਕਲੋਜ਼ ਹੈ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਅਪਲਾਈ ਹੈ ਜਿਨ੍ਹਾਂ ਨੇ ਆਈਲੈਟਸ ਕਰ ਲਿਆ ਹੋਇਆ, ਹੁਣ ਉਹ ਆਪਣਾ ਕੇਸ ਜਲਦ ਤੋਂ ਜਲਦ ਅਪਲਾਈ ਕਰਨ, ਨਹੀਂ ਤਾਂ ਫਿਰ ਉਹਨਾਂ ਨੂੰ ਜਨਵਰੀ 23 'ਚ ਹੀ ਜਾਣਾ ਪਏਗਾ
ਰਹੇਗਾ। ਬਟ ਸਤੰਬਰ 'ਚ ਜੇ ਮੇਰੇ ਕੋਲ ਕੋਈ ਸਟੂਡੈਂਟ ਵਿਜ਼ਿਟ ਕਰਦਾ ਔਰ ਮੈਨੂੰ ਕਹਿੰਦਾ ਕਿ ਮੇਰਾ ਇਹੀ ਕਾਲਜ ਪ੍ਰੈਫਰੈਂਸ ਹੈ ਔਰ ਮੈਂ ਇਸੇ ਕਾਲਜ 'ਚ ਜਾਣਾ ਚਾਹੁੰਦਾ, ਲੈਟਸ ਟੇਕ ਐਨ ਐਗਜ਼ਾਮਪਲ, ਉਹ ਕਹਿੰਦਾ ਮੈਂ ਲੈਂਪਟਨ ਕਾਲਜ ਜਾਣਾ ਚਾਹੁੰਦਾ, ਤਾਂ ਮੈਂ ਤੁਹਾਨੂੰ ਕਹਾਂਗਾ ਕਿ ਲੈਂਪਟਨ ਕਾਲਜ ਦੇ ਤਾਂ ਜਨਵਰੀ 23 ਦੇ ਵੀ ਕਾਫੀ ਸਾਰੇ ਕੋਰਸਿਸ ਕਲੋਜ਼ ਹੋਣੇ ਸ਼ੁਰੂ ਹੋ ਚੁੱਕੇ ਨੇ। ਸੋ ਤੁਸੀਂ ਜਲਦ ਤੋਂ ਜਲਦ ਸਤੰਬਰ 'ਚ ਜਾਣਾ ਹੈ, ਜਨਵਰੀ 'ਚ ਜਾਣਾ ਹੈ, ਜਲਦ ਤੋਂ ਜਲਦ ਡਿਸਾਈਡ ਕਰੋ ਔਰ ਆਪਣਾ ਕੇਸ ਅਪਲਾਈ ਕਰੋ। ਸਰ ਇੱਕ ਸਾਡੇ ਕੋਲ ਬਹੁਤ ਹੀ ਦੇਰ ਤੋਂ ਮੈਸੇਜ ਕਰ ਰਹੇ ਨੇ, ਸੰਦੀਪ ਇਹਨਾਂ ਦਾ ਨਾਮ ਹੈ ਤੇ ਕਰਨਾਲ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦਾ ਕੁਐਸਚਨ ਵੀ ਥੋੜਾ ਜਿਹਾ ਅਲੱਗ ਟਾਈਪ ਦਾ ਹੈ। ਇਹ ਪੁੱਛਣਾ ਚਾਹੁੰਦੇ ਨੇ ਬੇਸਿਕਲੀ ਕਿ ਜਿਹੜੀ ਟੂਰਿਸਟ ਵੀਜ਼ਾ ਕਵਰਿੰਗ ਲੈਟਰ ਹੈ ਉਹਦਾ ਕੀ ਰੋਲ ਹੁੰਦਾ ਹੈ। ਜੇ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾ ਦੀ ਤਾਂ ਉਹਨਾਂ ਦਾ ਕੁਐਸਚਨ ਹੈ ਕਿ ਕਵਰਿੰਗ ਲੈਟਰ ਜਿਹੜੀ ਹੈ ਵੀਜ਼ਾ ਕਵਰਿੰਗ ਲੈਟਰ ਉਹਦਾ ਕੀ ਰੋਲ ਹੈ ਵੀਜ਼ਾ ਦੇ ਵਿੱਚ। ਟੂਰਿਸਟ ਵੀਜ਼ਾ ਕਵਰਿੰਗ ਲੈਟਰ ਦਾ ਬਹੁਤ ਵੱਡਾ ਰੋਲ ਹੁੰਦਾ। ਸੋ ਮੈਂ ਸਾਰੇ ਹੀ ਸਟੂਡੈਂਟਸ ਨੂੰ ਕਹਾਂਗਾ, ਸਟੂਡੈਂਟਸ ਨਹੀਂ ਉਹਨਾਂ ਦੇ ਪੇਰੈਂਟਸ ਜਿਹੜੇ ਅਪਲਾਈ ਕਰਨ ਜਾਣਾ ਚਾਹੁੰਦੇ ਆ, ਆਪਣੇ ਬੱਚਿਆਂ ਨੂੰ ਮਿਲਣ ਜਾਣਾ ਚਾਹੁੰਦੇ ਆ। ਸੋ ਟੂਰਿਸਟ ਵੀਜ਼ਾ ਜੇ ਅਸੀਂ ਗੱਲ ਕਰੀਏ, ਜਿਵੇਂ 2007 'ਚ ਅਸੀਂ ਲੈਂਡਮਾਰਕ ਇਮੀਗ੍ਰੇਸ਼ਨ ਸ਼ੁਰੂ ਕੀਤਾ ਤਾਂ ਉਸ ਟਾਈਮ 'ਤੇ ਇੱਦਾਂ ਹੁੰਦਾ ਸੀ ਕਿ ਸਾਡੇ ਕੋਲ ਕੋਈ ਆਉਂਦਾ ਸੀ, ਅਸੀਂ ਸਟੂਡੈਂਟ ਵੀਜ਼ਾ ਔਰ PR 'ਤੇ ਜ਼ਿਆਦਾ ਕੰਮ ਕਰਦੇ ਸੀ ਉਸ ਟਾਈਮ 'ਤੇ, ਔਰ ਸਾਡੇ ਕੋਲ ਵਿਜ਼ਿਟ ਕਰਦਾ ਸੀ ਕਿ 12 ਲੱਖ ਰੁਪਈਆ ਮੇਰੇ ਤੋਂ ਟੂਰਿਸਟ ਵੀਜ਼ਾ ਦਾ ਮੰਗਿਆ ਜਾ ਰਿਹਾ, 15 ਲੱਖ ਰੁਪਈਆ ਟੂਰਿਸਟ ਵੀਜ਼ਾ ਦਾ ਮੰਗਿਆ ਜਾ ਰਿਹਾ, ਔਰ ਹੱਲੇ ਵੀ ਮੇਰੇ ਹਿਸਾਬ ਨਾਲ ਕਈ ਲੋਕ ਲੱਖਾਂ ਰੁਪਈਆ ਦੇ ਕੇ ਟੂਰਿਸਟ ਵੀਜ਼ਾ ਲਗਵਾਉਂਦੇ ਆ। ਔਰ ਸਾਨੂੰ ਲੱਗਿਆ ਕਿ ਕਿਉਂ ਨਾ ਸਟੂਡੈਂਟਸ ਟੂਰਿਸਟ ਵੀਜ਼ਾ ਵਾਸਤੇ ਇੱਕ ਸੈਗਮੈਂਟ ਸ਼ੁਰੂ ਕੀਤਾ ਜਾਵੇ ਜਿਹਦੇ 'ਚ ਇੱਕ ਪ੍ਰੋਪਰ ਗਾਈਡੈਂਸ ਦਿੱਤੀ ਜਾਵੇ, ਜਿਹਦੇ 'ਚ ਲੋਕਾਂ ਨੂੰ ਦੱਸਿਆ ਜਾਵੇ ਕਿ ਕੀ ਚੈੱਕਲਿਸਟ ਹੈ, ਕਿਹੜੇ ਡਾਕੂਮੈਂਟਸ ਲੱਗਣਗੇ ਤੁਹਾਡੀ ਫਾਈਲ ਵਿੱਚ, ਔਰ ਕਿਸ ਤਰ੍ਹਾਂ ਤੁਹਾਡੀ ਫਾਈਲ ਪ੍ਰਿਪੇਅਰ ਹੋਏਗੀ, ਕਿਸ ਤਰ੍ਹਾਂ ਕਵਰਿੰਗ ਲੈਟਰ ਲੱਗੇਗੀ। ਉਹ ਕਵਰਿੰਗ ਸਾਰਾ ਕੁਝ ਡਾਕੂਮੈਂਟਸ ਪ੍ਰਿਪੇਅਰ ਕਰਕੇ ਉਹਨਾਂ ਦੀ ਫਾਈਲ ਅੰਬੈਸੀ 'ਚ ਸਬਮਿਟ ਕੀਤੀ ਗਈ। ਔਰ ਉਸ ਟਾਈਮ 'ਤੇ ਅਸੀਂ ਆਪਣੀ ਫੀਸ 10,000 ਰੁਪਏ ਰੱਖੀ ਸੀ ਪਰ ਪਰਸਨ, ਔਰ ਅੱਜ ਵੀ ਸਾਡੀ ਫੀਸ 15,000 ਰੁਪਇਆ ਹੀ ਹੈਗੀ ਹੈ। ਸੋ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਬਟ ਅਸੀਂ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਕਵਰਿੰਗ ਲੈਟਰ ਹੈ ਉਹ ਇੱਕ SOP, ਜਿਵੇਂ ਸਟੂਡੈਂਟ ਵੀਜ਼ਾ 'ਚ ਸਟੇਟਮੈਂਟ ਆਫ ਪਰਪਸ ਹੁੰਦੀ ਹੈ, ਉਵੇਂ ਹੀ ਕਵਰਿੰਗ ਲੈਟਰ ਹੁੰਦੀ ਹੈ। ਉਹਦੇ 'ਚ ਮੈਂਸ਼ਨ ਕਰਨਾ ਪੈਂਦਾ ਹੈ ਕਿ ਅਸੀਂ ਕਿੰਨੇ ਦਿਨਾਂ ਲਈ ਚੱਲੇ ਹਾਂ, ਕਿਉਂ ਚੱਲੇ ਹਾਂ, ਕਿੰਨੇ ਸਾਨੂੰ ਇਨਵੀਟੇਸ਼ਨ ਭੇਜਿਆ, ਜੇ ਇਨਵੀਟੇਸ਼ਨ ਨਹੀਂ ਹੈਗਾ ਤਾਂ ਸਾਡੀ ਕੋਈ ਹੋਟਲ ਬੁਕਿੰਗ ਹੈ ਜਾਂ ਫਿਰ ਅਸੀਂ ਪਹਿਲਾਂ ਕਿਹੜੀ ਸਾਡੀ ਟਰੈਵਲ ਹਿਸਟਰੀ ਹੈਗੀ ਹੈ, ਅਸੀਂ ਇੰਡੀਆ 'ਚ ਕੀ ਕਰਦੇ ਹਾਂ, ਸਾਡੇ ਕੋਲ ਕੀ ਫੰਡਸ ਅਵੇਲੇਬਿਲਿਟੀ ਹੈਗੀ ਹੈ, ਕਿੱਦਾਂ ਦੀ ਪ੍ਰੋਪਰਟੀ ਹੈ, ਉਹ ਸਾਰਾ ਕੁਝ ਕਵਰਿੰਗ ਲੈਟਰ 'ਚ ਮੈਂਸ਼ਨ ਕਰਨਾ ਪੈਂਦਾ ਤਾਂ ਕਿ ਵੀਜ਼ਾ ਆਫਿਸਰ ਉਹਨੂੰ ਪੜ੍ਹ ਕੇ ਤੁਹਾਨੂੰ ਵੀਜ਼ਾ ਦੇ। ਅੱਜ ਦਾ ਸਿਨੈਰੀਓ ਬਹੁਤ ਹੀ ਪੋਜ਼ਿਟਿਵ ਚੱਲ ਰਿਹਾ ਕਿਉਂਕਿ ਕੋਵਿਡ ਤੋਂ ਬਾਅਦ ਸਾਰੇ ਹੀ ਕੰਟਰੀ ਚਾਹੁੰਦੇ ਆ ਕਿ ਟੂਰਿਸਟ ਉਹਨਾਂ ਦੇ ਕੰਟਰੀ 'ਚ ਆਉਣ। ਸੋ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਪੋਜ਼ਿਟਿਵ ਹੈਗਾ। ਸੋ ਜਿਹੜੇ ਵੀ ਟੂਰਿਸਟ ਅਪਲਾਈ ਕਰਨਾ ਚਾਹੁੰਦੇ ਆ, ਚਾਹੇ ਉਹ UK ਅਪਲਾਈ ਕਰਨਾ ਚਾਹੁੰਦੇ ਆ, ਫਰਾਂਸ ਅਪਲਾਈ ਕਰਨਾ ਚਾਹੁੰਦੇ ਆ, ਸਵਿਟਜ਼ਰਲੈਂਡ ਅਪਲਾਈ ਕਰਨਾ ਚਾਹੁੰਦੇ ਆ, ਕੈਨੇਡਾ ਅਪਲਾਈ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਇਹਨਾਂ ਦੇਸ਼ਾਂ ਨੇ ਸਾਰਿਆਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਆ। ਔਰ ਇਸ ਮਹੀਨੇ ਸਾਡੇ ਕੋਲ 76 ਦੇ ਕਰੀਬ ਟੂਰਿਸਟ ਵੀਜ਼ਾ ਲੱਗ ਕੇ ਆਏ ਆ ਔਰ ਕੀ ਕਹਿੰਦੇ ਆ ਸਾਰੇ ਹੀ ਪੇਰੈਂਟਸ ਆਲਮੋਸਟ ਜਿਹੜਾ ਵੀਜ਼ਾ ਸਕਸੈਸ ਰੇਟ ਉਹ ਬਹੁਤ ਹਾਈ ਚੱਲ ਰਿਹਾ। ਜੀ ਬਿਲਕੁਲ, ਅਗਰ ਤੁਸੀਂ ਵੀ ਆਪਣੀ ਫੈਮਿਲੀ ਦਾ ਜਾਂ ਕਿਸੇ ਵੀ ਪਰਸਨ ਦਾ ਟੂਰਿਸਟ ਵੀਜ਼ਾ ਲਗਵਾਉਣਾ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਤੁਸੀਂ ਵਿਜ਼ਿਟ ਕਰਨਾ ਹੈ। ਨੰਬਰ ਜਿਹੜਾ ਡਿਸਪਲੇ ਹੋ ਰਿਹਾ ਉਹਦੇ ਉੱਪਰ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਜਿਹੜੇ ਆਫਿਸ ਨੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈਗੇ ਨੇ, ਜਿਵੇਂ ਬਠਿੰਡੇ ਦੀ ਗੱਲ ਕਰ ਲਈ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਇਹਨਾਂ ਸ਼ਹਿਰਾਂ ਦੇ ਵਿੱਚ ਆਫਿਸ ਹੈਗੇ ਨੇ, ਮੋਗਾ ਆਫਿਸ ਹੈਗਾ, ਜਿਹੜਾ ਨੇੜੇ ਤੁਹਾਨੂੰ ਬੇਸਿਕਲੀ ਆਫਿਸ ਪੈਂਦਾ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਹੋਰ ਨੰਬਰ ਇੱਕੋ ਹੀ ਹੈਗਾ ਜਿਹਦੇ ਉੱਪਰ ਤੁਸੀਂ ਕਾਲ ਕਰਕੇ ਜਿਹੜਾ ਹੈ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ। ਸਭ ਤੋਂ ਵੱਡੀ ਗੱਲ ਉਹਨਾਂ ਲਈ ਹੈ ਕਿ ਜਿਨ੍ਹਾਂ ਦੇ ਪੇਰੈਂਟਸ ਇੱਥੇ ਨੇ ਇੰਡੀਆ 'ਚ, ਉਹਨਾਂ ਨੇ ਆਪਣੇ ਪੇਰੈਂਟਸ ਨੂੰ ਬੁਲਾਉਣਾ, ਚਾਹੇ ਕੈਨੇਡਾ ਕੋਈ ਜਾਣਾ ਚਾਹੁੰਦਾ, ਚਾਹੇ UK ਜਾਣਾ ਚਾਹੁੰਦਾ, ਕਿਤੇ ਵੀ ਜਾਣਾ ਚਾਹੁੰਦਾ। ਕਿਸੇ ਦੀ ਅਗਰ ਵਾਈਫ ਇੰਡੀਆ ਦੇ ਵਿੱਚ ਹੈਗੀ ਹੈ ਜਾਂ ਕਿਸੇ ਦੀ ਵਾਈਫ ਕੈਨੇਡਾ 'ਚ ਹੈ, ਉਹਨੇ ਆਪਣੇ ਹਸਬੈਂਡ ਨੂੰ ਬੁਲਾਉਣਾ ਹੈ ਤਾਂ ਵੀ ਇਹਨਾਂ ਜਿਹੜੇ ਕੰਟੈਕਟ ਕਰ ਸਕਦੇ ਨੇ, ਉਹਨਾਂ ਦੇ ਆਫਿਸ ਜਾ ਕੇ ਆਪਣੀ ਫਾਈਲ ਜਿਹੜੀ ਹੈ ਉਹ ਪ੍ਰੋਸੈਸ ਕਰਵਾ ਸਕਦੇ ਆ। ਸਰ ਇਸ ਦੇ ਨਾਲ ਹੀ ਪੁੱਛਣਾ ਚਾਹਾਂਗੇ ਜੇ ਆਪਾਂ ਗੱਲ ਕਰਦੇ ਹਾਂ ਅਦਰ ਕੰਟਰੀਜ਼ ਦੀ, ਹੋਰ ਬਹੁਤ ਸਾਰੀ ਕੰਟਰੀਆਂ ਨੇ ਜਿੱਥੇ ਸਟੂਡੈਂਟ ਜਾਣਾ ਚਾਹੁੰਦਾ ਤੇ ਜਾ ਵੀ ਰਿਹਾ ਹੈ। ਜੇ ਆਪਾਂ ਗੱਲ ਕਰਾਂਗੇ ਜਰਮਨੀ ਦੀ, ਤੇ ਜਰਮਨੀ ਦੇ ਵਿੱਚ ਕਿਹੜਾ ਸਟੂਡੈਂਟ ਜਿਹੜਾ ਜਿਹਾ ਉਹ ਜਾ ਸਕਦਾ, ਕਿਉਂਕਿ ਬਹੁਤ ਸਾਰਾ ਇਹੋ ਜਿਹਾ ਸੁਣਨ ਨੂੰ ਮਿਲਦਾ ਕਿ ਜਰਮਨੀ ਦੀ ਬੱਚਾ ਐਲੀਜੀਬਲ ਨਹੀਂ ਹੈ। ਸੋ ਜਰਮਨੀ ਜੇ ਮੈਂ ਗੱਲ ਕਰਾਂ ਤਾਂ ਜਰਮਨੀ ਵਿੱਚ ਅੱਜ ਦੀ ਡੇਟ 'ਚ ਜਿਹੜੇ ਸਟੂਡੈਂਟਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹ ਸਾਰੇ ਸਟੂਡੈਂਟ ਜਰਮਨੀ ਜਾ ਸਕਦੇ ਆ। ਅੱਜ ਹੀ ਸਾਡੇ ਕੋਲ ਓਵਰਆਲ 6 ਬੈਂਡ 'ਤੇ ਸਟੂਡੈਂਟ ਨੂੰ ਰਿਫਿਊਜ਼ਲ ਆਈ, ਪਹਿਲਾਂ ਕੈਨੇਡਾ ਤੋਂ, ਫਿਰ ਉਹਨੇ ਸਾਡੇ ਕੋਲੋਂ ਜਰਮਨੀ ਅਪਲਾਈ ਕੀਤਾ ਔਰ ਅੱਜ ਉਹਦਾ ਵੀਜ਼ਾ ਆ ਗਿਆ ਜਰਮਨੀ ਦਾ। ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਜੇ ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਦੀ ਡੇਟ 'ਚ ਜਰਮਨੀ +2 ਵਾਲੇ ਬੱਚਿਆਂ ਨੂੰ ਅਪੁਆਇੰਟਮੈਂਟਸ ਨਹੀਂ ਦੇ ਰਿਹਾ। ਸੋ ਤੁਸੀਂ ਗ੍ਰੈਜੂਏਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਰਮਨੀ ਵਾਸਤੇ। ਔਰ ਸੈਕੰਡਲੀ ਅਸੀਂ ਗੱਲ ਕਰੀਏ ਤਾਂ ਜਰਮਨੀ ਟੌਪ 7 ਕੰਟਰੀਜ਼ 'ਚ ਆਉਂਦਾ ਦੁਨੀਆ ਦੇ,
ਜਰਮਨੀ ਵਿੱਚ ਯੂਰੋ ਚੱਲਦਾ, ਯੂਰੋ ਦੀ ਕੀਮਤ 80 ਤੋਂ 85 ਰੁਪਏ ਦੇ ਵਿੱਚ ਹੈਗੀ ਹੈ। ਸੋ ਜਰਮਨੀ ਦਾ ਜਿਹੜਾ ਬੇਸਿਕ ਰੇਟ ਹੈ ਉਹ 11 ਯੂਰੋ ਹੈਗਾ। ਸੋ ਜੇ ਤੁਸੀਂ 15 ਯੂਰੋ ਜਰਮਨੀ 'ਚ ਕਮਾਉਂਦੇ ਹੋ ਔਰ 15 ਡਾਲਰ ਕੈਨੇਡਾ 'ਚ ਕਮਾਉਂਦੇ ਹੋ ਤਾਂ ਜਰਮਨੀ ਦੀ ਕਰੰਸੀ ਉੱਤੇ ਹੀ ਰਹਿੰਦੀ ਹੈ। ਔਰ ਜਰਮਨੀ 'ਚ ਪਾਰਟ ਟਾਈਮ ਵਰਕ ਇਜ਼ ਅਲਾਊਡ, ਜਦੋਂ ਤੁਸੀਂ ਪੜ੍ਹਾਈ ਕਰਦੇ ਹੋ ਤਾਂ ਪਾਰਟ ਟਾਈਮ ਵਰਕ ਇਜ਼ ਅਲਾਊਡ। ਔਰ ਸੈਕੰਡਲੀ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪੜ੍ਹਾਈ ਕਰਨ ਤੋਂ ਬਾਅਦ ਵੀ ਤੁਹਾਨੂੰ 1.5 ਸਾਲ ਦਾ ਜੌਬ ਸਰਚ ਵੀਜ਼ਾ ਮਿਲਦਾ। ਔਰ ਪੜ੍ਹਾਈ ਇੰਗਲਿਸ਼ 'ਚ ਹੈ। ਕਾਫੀ ਸਾਰੇ ਲੋਕਾਂ ਦਾ ਮੈਨੂੰ ਮੈਸੇਜ ਆਉਂਦਾ ਹੈ ਕਿ ਸਾਡੀ ਪੜ੍ਹਾਈ ਉੱਥੇ ਜਰਮਨ ਲੈਂਗੁਏਜ 'ਚ ਹੈ ਕਿ ਇੰਗਲਿਸ਼ 'ਚ ਹੈ, ਤਾਂ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਉੱਥੇ ਵੀ ਪੜ੍ਹਾਈ ਇੰਗਲਿਸ਼ 'ਚ ਹੀ ਹੈ। ਜੀ ਬਿਲਕੁਲ, ਜਿਵੇਂ ਕਿ ਤੁਸੀਂ ਜਰਮਨੀ ਦਾ ਜਿਹੜਾ ਕਿਹੜਾ ਬੱਚਾ ਅਪਲਾਈ ਕਰ ਸਕਦਾ ਹੈ ਉਹ ਤੁਸੀਂ ਆਨਸਰ ਸੁਣ ਲਿਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੁਣ USA ਦੀ, ਲੇਕਿਨ ਇਸ ਤੋਂ ਨਾਲ ਹੀ ਦੱਸਣਾ ਚਾਹਾਂਗਾ ਕਿ ਤੁਸੀਂ ਜਿਹੜੇ ਨੰਬਰ ਫਲੈਸ਼ ਹੋ ਰਹੇ ਆ ਉਹਦੀ ਫੋਟੋ ਵੀ ਖਿੱਚ ਲਿਆ ਕਰੋ, ਆਪਣੇ ਮੋਬਾਈਲ ਦੇ ਵਿੱਚ ਰੱਖ ਲਿਆ ਕਰੋ, ਤਾਂ ਕਿ ਇਨ ਬਿਟਵੀਨ ਤੁਸੀਂ ਸ਼ੋਅ ਸੁਣ ਰਹੇ ਹੁੰਦੇ ਹੋ, ਕਈ ਵਾਰੀ ਕਾਲ ਕਰਨਾ ਧਿਆਨ ਨਹੀਂ ਰਹਿੰਦਾ, ਉਸ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ, ਕਿਉਂਕਿ ਜੇ ਨੰਬਰ ਡਿਸਪਲੇ ਹੋ ਰਿਹਾ ਉਹਦੇ ਤੁਸੀਂ ਕਦੋਂ ਵੀ ਕਾਲ ਕਰ ਸਕਦੇ ਹੋ, ਤੁਹਾਨੂੰ ਜਿਹੜੀ ਕਾਲ ਹੈ ਉਹ ਆਨਸਰ ਜਿਹੜੀ ਹੈ ਇਨ ਬਿਟਵੀਨ ਕੀਤੀ ਜਾਏਗੀ। ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਪਲੇਟਫਾਰਮ ਹੈ ਆਨਲਾਈਨ ਵੀ ਅਵੇਲੇਬਲ ਹੈ, YouTube Facebook ਦੇ ਉੱਪਰ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਪੇਜ ਤੇ ਜਾ ਕੇ ਵੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੋ, ਕਿਉਂਕਿ ਉੱਥੇ ਵੀ ਬਹੁਤ ਸਾਰੀ ਕੰਟਰੀਜ਼ ਦੇ ਰਿਗਾਰਡਿੰਗ ਜਾਣਕਾਰੀ ਪਈ ਹੁੰਦੀ ਹੈ। ਬਹੁਤ ਸਾਰੇ ਇਹੋ ਜਿਹੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੇ ਵੀਜ਼ਾ ਆਏ ਹੁੰਦੇ ਨੇ, ਉਹ ਵੀ ਉੱਥੇ ਅਸੀਂ ਸ਼ੇਅਰ ਕਰਦੇ ਹਾਂ ਇਨਫੋਰਮੇਸ਼ਨ ਕਿ ਕਿੰਨਾ ਬੱਚਿਆਂ ਦੇ ਜਿਹੜੇ ਵੀਜ਼ਾ ਆਏ ਨੇ, ਉਹ ਵੀ ਬਹੁਤ ਸਾਰੀ ਕਲੈਕਟਿੰਗ ਜਿਹੜੀ ਇਨਫੋਰਮੇਸ਼ਨ ਹੈ ਉਹ ਉਸ ਪਲੇਟਫਾਰਮ ਤੇ ਪਈ ਹੁੰਦੀ ਹੈ, ਤੁਸੀਂ ਜਾ ਕੇ ਉੱਥੇ ਵੀ ਚੈੱਕ ਕਰ ਸਕਦੇ ਹੋ। ਤੇ ਨਾਲ ਹੀ ਆਪਾਂ ਹੁਣ ਗੱਲ ਕਰਨੀ ਸੀ USA ਦੀ। ਸਰ USA ਦੀ ਆਪਾਂ ਗੱਲ ਕਰਾਂਗੇ, ਇਸ ਤੋਂ ਪਹਿਲੇ ਮੈਂ ਪੁੱਛਣਾ ਚਾਹਾਂਗਾ ਕਿ ਬਹੁਤ ਵੱਡਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਮਿਥ ਹੈਗਾ ਕਿ USA ਜਿਹੜਾ ਤਾਂ ਵਿਦਆਊਟ ਆਈਲੈਟਸ ਦੇ ਨਾਂ ਤੋਂ ਬਹੁਤ ਵੱਡਾ ਇੱਕ ਸਕੈਮ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਵਿਦਆਊਟ ਆਈਲੈਟਸ ਦੇ ਜਿਹੜੇ USA ਅਪਲਾਈ ਕਰ ਸਕਦੇ ਹਾਂ, ਵੀਜ਼ਾ ਵੀ ਆਉਂਦਾ ਹੈ। ਬਹੁਤ ਸਾਰੇ ਕੰਸਲਟੈਂਟ ਅਸੀਂ ਦੇਖੇ ਆ ਪ੍ਰਮੋਟ ਕਰਦੇ ਆ ਕਿ ਬਿਨਾਂ ਆਈਲੈਟਸ ਤੁਸੀਂ USA ਜਾ ਸਕਦੇ ਹੋ। ਇਹਦੇ ਪਿੱਛੇ ਦੀ ਸੱਚਾਈ ਕੀ ਹੈ ਕਿ ਵਾਕਿਆ ਹੀ ਜਿਹਨੂੰ ਕੁਝ ਨਹੀਂ ਆਉਂਦਾ ਜਾਂ ਵਿਦਆਊਟ ਆਈਲੈਟਸ ਦਾ ਮਤਲਬ ਹੈ ਕਿ ਜਿਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਉਹ ਵੀ USA ਜਾ ਸਕਦਾ ਹੈ? ਬਿਲਕੁਲ ਰਿੱਕੀ, ਇੱਦਾਂ ਦਾ ਕੁਛ ਨਹੀਂ ਹੈਗਾ ਜੀ। ਵਿਦਆਊਟ ਆਈਲੈਟਸ ਬੱਚਾ USA ਬੇਸ਼ੱਕ ਜਾ ਸਕਦਾ, ਬਟ ਇੱਕ USA ਦਾ ਐਂਟਰੀ ਕ੍ਰਾਈਟੇਰੀਆ ਹੁੰਦਾ, ਤੁਹਾਨੂੰ ਪਤਾ ਹੀ ਹੈ ਕਿ ਇੰਟਰਵਿਊ ਕਲੀਅਰ ਕਰਨੀ ਪੈਂਦੀ ਹੈ। ਸੋ ਬੱਚਾ ਇੰਗਲਿਸ਼ ਸਪੀਕਿੰਗ ਔਰ ਰਾਈਟਿੰਗ 'ਚ ਚੰਗਾ ਹੋਣਾ ਚਾਹੀਦਾ, ਬਿਕੋਜ਼ USA 'ਚ ਸਿਰਫ ਇੰਗਲਿਸ਼ ਹੀ ਚੱਲਦੀ ਹੈ। ਸੋ ਇੰਗਲਿਸ਼ ਤੋਂ ਬਿਨਾਂ ਬੱਚੇ ਦਾ ਕੁਛ ਵੀ ਪੜ੍ਹਾਈ ਨਹੀਂ ਕਰ ਸਕਦਾ। ਸੋ ਵਿਦਆਊਟ ਆਈਲੈਟਸ ਦਾ ਕ੍ਰਾਈਟੇਰੀਆ ਇਹ ਹੁੰਦਾ ਕਿ ਜਿਹੜੇ ਬੱਚਿਆਂ ਕੋਲ ਮੀਡੀਅਮ ਆਫ ਇੰਸਟਰਕਸ਼ਨ ਲੈਟਰ ਹੁੰਦੀ ਹੈ, ਜਿਵੇਂ ਉਹਨਾਂ ਨੇ ਲਾਸਟ ਆਪਣੀ ਬੈਚਲਰ ਡਿਗਰੀ ਜੇ ਇੰਗਲਿਸ਼ ਮੀਡੀਅਮ 'ਚ ਕੀਤੀ ਹੋਵੇ, ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੱਚਾ ਬੈਚਲਰ ਡਿਗਰੀ ਇੰਗਲਿਸ਼ ਮੀਡੀਅਮ 'ਚ ਕਰ ਸਕਦਾ, ਇਹਦਾ ਮਤਲਬ ਉਹ ਇੰਗਲਿਸ਼ 'ਚ ਰਾਈਟ, ਸਪੀਕ, ਲਿਸਨ ਕਰ ਸਕਦਾ। ਸੋ ਜਦੋਂ ਬੱਚਾ ਇੰਟਰਵਿਊ ਦੇਣ ਜਾਏਗਾ ਤਾਂ ਉਹ ਚੈਕਿੰਗ ਹੁੰਦੀ ਹੈ ਉਹਦੀ ਕਿ ਇਹਨੂੰ ਜੇ MBA ਦੀ ਆਫਰ ਲੈਟਰ ਆਈ ਹੋਈ ਹੈ ਇਹਦੇ ਕੋਲ, ਚਾਹੇ ਉਹਨੇ ਵਿਦਆਊਟ ਆਈਲੈਟਸ ਵੀ ਲਈ ਹੈ, ਤਾਂ ਉਹ ਇੰਗਲਿਸ਼ ਸਪੀਕਿੰਗ, ਇੰਗਲਿਸ਼ ਲਿਸਨਿੰਗ, ਰੀਡਿੰਗ, ਰਾਈਟਿੰਗ 'ਚ ਚੰਗਾ ਹੋਣਾ ਚਾਹੀਦਾ ਹੈ। ਉਹ ਇਸ ਬੇਸਿਸ 'ਤੇ ਆਈ ਹੁੰਦੀ ਹੈ ਕਿ ਉਹਨੇ ਲਾਸਟ ਸਟੱਡੀਜ਼ ਆਪਣੀ ਇੰਗਲਿਸ਼ 'ਚ ਕੀਤੀ ਹੈ, ਜਿਹੜੀ ਬੈਚਲਰ ਡਿਗਰੀ ਹੈ। ਸੈਕੰਡਲੀ ਜਿਹੜਾ +2 ਪਾਸ ਬੱਚਾ ਉਹ ਵੀ ਵਿਦਆਊਟ ਆਈਲੈਟਸ ਜਾ ਸਕਦਾ, ਬਟ ਉਹਨੂੰ ESL ਦਾ ਕੋਰਸ ਲੱਗਦਾ, ਉਹਨੂੰ ਫਿਰ 6 ਮਹੀਨੇ ਉੱਥੇ ਜਾ ਕੇ ਇੰਗਲਿਸ਼ ਪੜ੍ਹਨੀ ਪੈਂਦੀ ਹੈ। ਫਿਰ ਕੀ ਕਹਿੰਦੇ ਆ, ਉਹਨੂੰ ਵੀ ਇੰਟਰਵਿਊ ਤਾਂ ਐਮਬੈਸੀ 'ਚ ਦੇਣੀ ਹੀ ਪੈਂਦੀ ਹੈ। ਸੋ USA ਨੇ ਹੁਣੇ ਅਨਾਊਂਸ ਕੀਤਾ ਹੈ ਕਿ ਉਹਨਾਂ ਨੇ ਰਿਕਾਰਡ ਨੰਬਰ ਆਫ ਵੀਜ਼ਾਜ਼ ਲਾਸਟ ਈਅਰ 'ਚ ਇੰਡੀਅਨ ਸਟੂਡੈਂਟਸ ਨੂੰ ਦਿੱਤੇ ਹੈ। ਸੋ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਤੁਹਾਨੂੰ ਪਤਾ ਹੀ ਹੋਏਗਾ ਕਿ USA ਇੱਕ ਟੌਪ ਡੈਸਟੀਨੇਸ਼ਨ ਹੈ ਦੁਨੀਆ ਦੀ, ਸਭ ਤੋਂ ਜ਼ਿਆਦਾ ਸਟੂਡੈਂਟਸ USA ਜਾਣਾ ਪਸੰਦ ਕਰਦੇ ਹੈ। ਤਾਂ ਹੀ ਕਰਕੇ USA ਦਾ ਜਿਹੜਾ ਏਰੀਆ ਹੈ ਉਹ ਇਕੁਅਲੈਂਟ ਟੂ ਕੈਨੇਡਾ ਹੈ, ਬਟ USA ਦੀ ਜਿਹੜੀ ਆਬਾਦੀ ਹੈ ਉਹ 37 ਕਰੋੜ ਹੈ, ਵੇਅਰ ਐਜ਼ ਕੈਨੇਡਾ ਦੀ ਜਿਹੜੀ ਆਬਾਦੀ ਹੈ ਉਹ 3.7 ਕਰੋੜ ਹੈ। ਤਾਂ ਹੀ ਕਰਕੇ ਕੈਨੇਡਾ ਦਾ ਜੇ ਕਹੀਏ ਕਿ ਕੈਨੇਡਾ ਦਾ ਸਰਵਾਈਵਲ ਇਜ਼ ਇਮੀਗ੍ਰੇਸ਼ਨ, ਅਸੀਂ ਕਹੀਏ ਕਿ ਉਹਨਾਂ ਨੂੰ ਇਕੋਨਮੀ ਰਨ ਕਰਨ ਵਾਸਤੇ ਬੰਦੇ ਚਾਹੀਦੇ ਹੈ, ਬਿਕੋਜ਼ ਦੇਅਰ ਪੋਪੂਲੇਸ਼ਨ ਇਜ਼ ਹਾਲੇ ਟੂ ਲੋ। ਔਰ ਜੇ USA ਦੀ ਅਸੀਂ ਗੱਲ ਕਰੀਏ, ਦੇਅਰ ਪੋਪੂਲੇਸ਼ਨ ਇਜ਼ 37 ਕਰੋੜ। ਤਾਂ ਹੀ ਕਰਕੇ USA 'ਚ ਅਸੀਂ ਗੱਲ ਕਰਦੇ ਹਾਂ ਤਾਂ ਬੱਚੇ ਜਿਹੜੇ ਹੈਲਥ 'ਚ ਜਾਂਦੇ ਹੈ, IT 'ਚ ਜਾਂਦੇ, ਇਨਫੋਰਮੇਸ਼ਨ ਟੈਕਨੋਲੋਜੀ 'ਚ ਜਾਂਦੇ ਹੈ, ਐਜੂਕੇਸ਼ਨ ਸੈਕਟਰ 'ਚ ਜਾਂਦੇ ਹੈ, ਸਾਇੰਸ 'ਚ ਜਾਂਦੇ ਹੈ, ਰਿਸਰਚ 'ਚ ਜਾਂਦੇ ਹੈ, ਉਹਨਾਂ ਨੂੰ ਬਹੁਤ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਔਰ ਉਹ ਬੱਚੇ ਕਦੀ ਵਾਪਸ ਨਹੀਂ ਆਉਂਦੇ। ਔਰ USA 'ਚ ਜੇ ਸੈਲਰੀਜ਼ ਦੀ ਗੱਲ ਕਰੀਏ ਤਾਂ $1 ਮਿਲੀਅਨ ਸੈਲਰੀ ਹੋਣਾ USA 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਐਡਵਾਈਜ਼ ਹੈ ਕਿ ਇਫ ਯੂ ਆਰ ਲੁਕਿੰਗ ਫॉर very good packages, salaries and good career, I feel USA is top destination. USA ਤੁਸੀਂ ਬਿਲਕੁਲ ਪੜ੍ਹਨ ਜਾ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ 50+ ਯੂਨੀਵਰਸਿਟੀਜ਼ ਰਿਪਰੈਜ਼ੈਂਟ ਕਰਦਾ ਹੈ USA ਤੋਂ ਵੀ। ਨਾਲ ਹੀ ਇੱਥੇ ਇੱਕ ਹੋਰ ਦੱਸੀਏ ਕਿ ਜਿਹੜਾ USA ਜਿਹੜੇ ਵਿਦਆਊਟ ਆਈਲੈਟਸ ਦਾ ਤੁਸੀਂ ਦੇਖ ਰਹੇ ਹੁੰਦੇ ਹੋ, ਬਹੁਤ ਸਾਰੀ ਐਡਸ ਚੱਲ ਰਹੀਆਂ ਹੁੰਦੀਆਂ, ਨਿਊਜ਼ਪੇਪਰ ਤੁਸੀਂ ਦੇਖ ਰਹੇ ਹੁੰਦੇ ਕਿ ਵਿਦਆਊਟ ਆਈਲੈਟਸ ਜਾ ਸਕਦਾ ਹੈ, ਲੇਕਿਨ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਹੋਏ, ਕਿਉਂਕਿ ਇੰਟਰਵਿਊ ਬੇਸਡ ਵੀਜ਼ਾ ਹੈ। ਜਦੋਂ ਤੱਕ ਇੰਟਰਵਿਊ ਨਹੀਂ ਹੁੰਦਾ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਟਰਵਿਊ ਦੇ ਨਾਂ ਤੋਂ ਹੀ ਕਈ ਵਾਰੀ ਬੱਚੇ ਜਿਹੜੇ ਘਬਰਾ ਜਾਂਦੇ ਨੇ, ਤਾਂ ਇੰਟਰਵਿਊ
ਕੋਈ ਇੰਨਾ, ਜਿਹੜੇ ਬੱਚੇ ਪੜ੍ਹੇ ਲਿਖੇ ਹੁੰਦੇ ਨੇ, ਜਿਹਨੂੰ ਅੱਛੀ ਕੁਆਲੀਫਿਕੇਸ਼ਨ ਹੁੰਦੀ ਹੈ, ਜਿਹਨਾਂ ਨੇ ਬੇਸਿਕਲੀ ਪੜ੍ਹਨ ਲਈ ਜਾਣਾ, ਉੱਥੇ ਸੈੱਟ ਹੋਣ ਲਈ ਜਾਣਾ ਹੈ, ਉਹ ਜਿਹੜਾ ਇੰਟਰਵਿਊ ਹੈ ਉਹ ਕਲੀਅਰ ਕਰ ਲੈਂਦੇ ਨੇ। ਸਰ ਇੱਥੇ ਨਾਲ ਪੁੱਛਣਾ ਚਾਹਾਂਗੇ ਗੈਪ ਦੀ ਆਪਾਂ ਗੱਲ ਕਰਾਂਗੇ, ਕਿਉਂਕਿ ਕੈਨੇਡਾ ਜਾਂ ਅਦਰ ਕੰਟਰੀਜ਼ ਦੀ ਗੱਲ ਕਰੀਏ ਤਾਂ ਗੈਪ ਤਾਂ ਕਹਿੰਦੇ ਕਿ ਕੁਛ ਨਾ ਕੁਛ ਜਸਟੀਫਿਕੇਸ਼ਨ ਲੱਗ ਜਾਂਦੀ ਹੈ, ਲੇਕਿਨ ਆਪਾਂ ਗੱਲ ਕਰੀਏ USA ਦੀ, ਤਾਂ ਜਿਨ੍ਹਾਂ ਦਾ ਗੈਪ 4-5 ਸਾਲ ਦਾ ਗੈਪ ਹੋ ਚੁੱਕਿਆ, ਉਹ ਵੀ ਕਿਤੇ ਨਾ ਕਿਤੇ ਸੋਚ ਰਹੇ ਹੁੰਦੇ ਆ ਕਿ ਅਸੀਂ USA ਅਪਲਾਈ ਕਰੀਏ, ਤਾਂ ਆਪਾਂ ਗੈਪ ਨੂੰ ਜਿਹੜਾ USA ਉਹ ਕਿਵੇਂ ਦੇਖਦਾ ਹੈ? ਸੋ ਗੈਪ ਦੀ ਅਸੀਂ ਗੱਲ ਕਰੀਏ, ਦੇਖੋ ਗੈਪ ਤਾਂ ਸਟੂਡੈਂਟ ਨੂੰ ਜਸਟੀਫਾਈ ਕਰਨਾ ਹੀ ਪੈਂਦਾ ਹੈ। ਐਜ਼ ਸੱਚ USA 'ਚ ਜਿਹੜੀਆਂ ਯੂਨੀਵਰਸਿਟੀਜ਼ ਹੈ ਦੇ ਡੋਂਟ ਸੀ ਗੈਪ, ਬਟ ਸਟੂਡੈਂਟ ਨੂੰ ਜਦੋਂ ਇੰਟਰਵਿਊ ਦੇਣ ਜਾਏਗਾ ਉਹਦੇ ਵਿੱਚ ਦੱਸਣਾ ਹੀ ਪਏਗਾ ਕਿ ਮੇਰੀ ਪੜ੍ਹਾਈ 'ਚ ਗੈਪ ਹੈ ਜਾਂ ਕੀ ਪ੍ਰੋਬਲਮ ਹੈ। ਸੋ ਗੈਪ ਨੂੰ ਤਾਂ ਜਸਟੀਫਾਈ ਕਰਨਾ ਹੀ ਪੈਂਦਾ ਸਟੂਡੈਂਟ ਨੂੰ, ਸੋ ਚਾਹੇ ਉਹ ਕੋਈ ਵੀ ਕੰਟਰੀ ਹੈਗਾ। ਵੇਅਰਐਜ਼ ਤੁਹਾਨੂੰ ਪਤਾ ਹੀ ਹੋਏਗਾ ਕਿ ਆਸਟ੍ਰੇਲੀਆ ਵਿੱਚ ਗੈਪ ਬਿਲਕੁਲ ਹੀ ਐਕਸੈਪਟੇਬਲ ਨਹੀਂ ਹੈਗਾ, ਤੁਸੀਂ ਰੀਸੈਂਟ ਪਾਸ ਆਊਟ ਹੋਣੇ ਚਾਹੀਦੇ ਹੋ, ਔਰ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡੇ ਕੋਲ ਪੇ ਸਲਿਪਸ ਐਵਰੀ record should be there, then only you can apply to Australia. ਸਰ ਇਹਦੇ ਨਾਲ ਹੀ ਬਹੁਤ ਸਾਰੇ ਕੁਐਸਚਨਸ ਵੀ ਲੋਕਾਂ ਦੇ ਆ ਰਹੇ ਨੇ, ਕਿਉਂਕਿ ਜਦੋਂ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਤਾਂ ਬਹੁਤ ਸਾਰੇ ਲੋਕ ਮੈਸੇਜ ਕਰਦੇ ਨੇ, ਮੈਸੇਜ ਦੇ ਰਾਹੀਂ ਪੁੱਛਣ ਜਾਂਦੇ ਨੇ। ਜੇ ਆਪਾਂ ਸਪਾਊਸ ਦੀ ਗੱਲ ਕਰਾਂਗੇ ਤਾਂ USA ਦੇ ਵਿੱਚ ਸਪਾਊਸ ਦਾ ਕੀ ਕ੍ਰਾਈਟੇਰੀਆ, ਕਿ ਸਪਾਊਸ ਨਾਲ ਜਾ ਸਕਦਾ ਹੈ ਜਾਂ ਕਿੰਨੀ ਦੇਰ ਬਾਅਦ ਜਾ ਸਕਦਾ? ਜੇ ਆਪਾਂ ਗੱਲ ਕਰਾਂਗੇ ਮਤਲਬ ਬੇਸਿਕਲੀ ਅਦਰ ਕੰਟਰੀਜ਼ ਦੇ ਕੰਪੈਰੀਜ਼ਨ ਦੇਖਦੇ ਹਾਂ ਤਾਂ ਕਈ ਕੰਟਰੀਜ਼ ਅਲਾਉ ਕਰਦੀਆਂ ਨੇ, ਲੇਕਿਨ ਕਈ ਕੰਟਰੀਜ਼ ਅਲਾਉ ਨਹੀਂ ਕਰਦੀਆਂ। USA ਦੇ ਵਿੱਚ USA 'ਚ ਸਪਾਊਸ ਨਾਲ ਜਾ ਸਕਦਾ, ਬਟ ਪੋਸਟ ਗ੍ਰੈਜੂਏਟ ਲੈਵਲ ਤੇ ਹੀ ਨਾਲ ਜਾ ਸਕਦਾ ਹੈ। ਅੰਡਰ ਗ੍ਰੈਜੂਏਟ ਲੈਵਲ ਤੇ ਵੀ ਸਪਾਊਸ ਨਾਲ ਜਾ ਸਕਦਾ, ਬਟ ਜਦੋਂ ਬੱਚਾ ਪਹਿਲਾਂ ਵੀਜ਼ਾ ਲੈ ਲੇ ਉਸ ਤੋਂ ਬਾਅਦ ਉਹ ਜਾ ਕੇ I-20, ਉਹਨੂੰ ਇੱਕ I-20 ਫਿਰ ਦੁਬਾਰਾ ਸਪੋਂਸਰਸ਼ਿਪ ਕਾਲਜ ਵੱਲੋਂ ਅਰੇਂਜ ਕਰਨੀ ਪੈਂਦੀ ਹੈ ਆਪਣੇ ਸਪਾਊਸ ਵਾਸਤੇ। ਦੈਟ ਇਜ਼ ਐਨ F2 ਕੈਟੇਗਰੀ ਵੀਜ਼ਾ। ਸੋ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਪਹਿਲਾਂ ਮੇਨ ਐਪਲੀਕੈਂਟ ਵੀਜ਼ਾ ਲੈ ਲੇ, ਉਸ ਤੋਂ ਬਾਅਦ ਹੀ ਆਪਣੇ ਸਪਾਊਸ ਦਾ ਵੀਜ਼ਾ ਲਗਾਏ, ਦੈਟ ਵਿਲ ਬੀ ਬੈਟਰ। ਜੀ ਬਿਲਕੁਲ, ਕਿਉਂਕਿ ਮੇਨ ਐਪਲੀਕੈਂਟ ਦਾ ਵੀਜ਼ਾ ਜਿਹੜਾ ਜਿਹਾ ਉਹ ਬਹੁਤ ਜ਼ਰੂਰੀ ਹੈ। ਜਦ ਤੱਕ ਮੇਨ ਐਪਲੀਕੈਂਟ ਦਾ ਵੀਜ਼ਾ ਨਹੀਂ ਆਏਗਾ ਸਪਾਊਸ ਨਾਲ ਨਹੀਂ ਜਾ ਸਕਦਾ। ਔਰ ਸਭ ਤੋਂ ਵੱਡੀ ਇਹ ਦੱਸਦੀ ਹੈ ਕਿ ਜਦ ਤੱਕ ਤੁਸੀਂ ਅਪਲਾਈ ਕਰਨਾ ਹੁੰਦਾ ਹੈ ਉਹਦੇ ਸੋਚਦੇ ਗੈਪ ਜਿਹੜਾ ਜਿਹਾ ਵੱਧ ਜਾਂਦਾ ਹੈ, ਔਰ ਕਈ ਵਾਰੀ ਦੇਖਣ ਨੂੰ ਮਿਲਦਾ ਕਿ ਕਈਆਂ ਦੀ ਆਈਲੈਟਸ ਜਿਹੜੀ ਐਕਸਪਾਇਰ ਹੋ ਜਾਂਦੀ ਹੈ, ਉਹਦੇ ਵਿੱਚ ਵੀ ਕਿਉਂਕਿ ਹਾਲੇ ਸੋਚ ਹੀ ਰਹੇ ਹੁੰਦੇ ਨੇ ਅਪਲਾਈ ਕਰੀਏ ਕਿ ਨਹੀਂ ਕਰੀਏ, ਕਿ ਇਨਟੇਕਸ ਦੀ ਗੱਲ ਆਉਂਦੀ ਹੈ। ਤਾਂ ਸਰ ਜਿਹੜੀ USA ਦੇ ਇਨਟੇਕਸ ਨੇ ਉਹ ਮੇਜਰ ਇਨਟੇਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵਾਕਈ ਹੀ ਵੀਜ਼ਾ ਜਿਹਨਾਂ 'ਚ ਨਿਕਲਦਾ ਹੈ ਜਾਂ ਜਿਹਨਾਂ 'ਚ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਜਿਹੜਾ ਜਿਹਾ ਉਹ ਜ਼ਿਆਦਾ ਹੈ, ਉਹ ਕਿਹੜੇ ਇਨਟੇਕ ਅਵੇਲੇਬਲ ਹੁੰਦੇ ਨੇ? ਅਸੀਂ USA 'ਚ ਵੀ ਮੇਜਰਲੀ ਇਨਟੇਕਸ ਇਸ ਸਪਟੈਂਬਰ, ਜਨਵਰੀ ਐਂਡ ਮੇ, ਬਟ ਕੁਛ ਕਾਲਜਿਸ ਆਪਣੇ ਰੋਲਿੰਗ ਇਨਟੇਕਸ ਵੀ ਔਨ ਰੱਖਦੇ ਹੈ। ਕੁਛ ਕਾਲਜਿਸ 'ਚ ਜਿਨ੍ਹਾਂ 'ਚ ਐਸੋਸੀਏਟ ਡਿਗਰੀ ਹੈ ਦੇ ਹੈਵ ਰੋਲਿੰਗ ਇਨਟੇਕਸ ਆਲਸੋ, ਬਟ ਜਿਹੜੇ ਮੇਜਰ ਇਨਟੇਕ ਹੈ ਦੈਟ ਇਜ਼ ਸਪਟੈਂਬਰ, ਜਨਵਰੀ ਐਂਡ ਮੇ। ਨਾਲ ਹੀ ਜੇ ਆਪਾਂ ਗੱਲ ਕਰਾਂਗੇ ਸਿਰਫ ਫੰਡਸ ਦੀ, ਜੇ ਕਿਉਂਕਿ ਜੇ USA ਔਰ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਮਤਲਬ ਜਿਹੜੇ ਸਿਮਿਲਰ ਕੰਟਰੀਜ਼ ਨੇ, ਜੇ ਫੰਡਸ ਦੀ ਆਪਾਂ ਗੱਲ ਕਰਾਂਗੇ ਤਾਂ ਕਿੰਨੇ ਕੀ ਫੰਡਸ ਰਿਕੁਆਇਰਡ ਹੁੰਦੇ ਨੇ ਔਰ ਕਿੰਨੀ ਕੁ ਦੇਰ ਪੁਰਾਣੇ ਹੋਣੇ ਚਾਹੀਦੇ ਨੇ USA ਅਪਲਾਈ ਕਰਨ ਵਾਸਤੇ? ਸੋ ਜੇ USA ਦੀ ਅਸੀਂ ਗੱਲ ਕਰੀਏ ਤਾਂ USA 'ਚ ਕੋਈ ਵੀ ਪੁਰਾਣੇ ਫੰਡਸ ਨਹੀਂ ਚਾਹੀਦੇ ਹੈਗੇ। USA 'ਚ ਫਰੈਸ਼ ਫੰਡਸ ਆਰ ਐਕਸੈਪਟੇਬਲ, ਪਰ ਜਦੋਂ ਇੰਟਰਵਿਊ 'ਚ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਤੁਹਾਡੇ ਫੰਡਸ ਸ਼ੋਅ ਕਰ ਰਿਹਾ, ਤਾਂ ਯੂ ਸ਼ੁੱਡ ਬੀ ਕੌਨਫੀਡੈਂਟਲੀ ਏਬਲ ਟੂ ਹੈਂਡਲ ਦੋਜ਼ ਕੁਐਸਚਨਸ, ਬਿਕੋਜ਼ ਇੰਟਰਵਿਊ 'ਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਮੇਜਰਲੀ ਕਿ ਹੂ ਇਜ਼ ਸ਼ੋਇੰਗ ਯੂਅਰ ਫੰਡਸ। ਸੋ USA ਇੱਕ ਇੱਦਾਂ ਦਾ ਕੰਟਰੀ ਹੈ ਜਿਹਦੇ 'ਚ ਆਫਰ ਲੈਟਰ ਮੰਗਾਉਣ ਲਈ ਵੀ ਸਾਨੂੰ ਫੰਡਸ ਚਾਹੀਦੇ ਹੋਣਗੇ। ਫੰਡਸ ਵੈਰੀਫਾਈ ਕਰਦਾ ਕਾਲਜ, ਤਾਂ ਹੀ ਤੁਹਾਡੀ I-20 ਆਉਂਦੀ ਹੈ, ਔਰ I-20 ਇੱਕ ਇੱਦਾਂ ਦਾ ਡਾਕੂਮੈਂਟ ਹੈ ਜਿੱਥੇ ਸਰਵਿਸ ਨੰਬਰ ਲਿਖਿਆ ਆਉਂਦਾ, ਔਰ ਸਰਵਿਸ ਨੰਬਰ ਦੇ ਬੇਸਿਸ 'ਤੇ ਸਰਵਿਸ ਫੀਸ ਪੇ ਹੁੰਦੀ ਹੈ, ਔਰ ਸਰਵਿਸ ਫੀਸ ਜਦੋਂ ਪੇ ਹੁੰਦੀ ਹੈ ਉਸ ਤੋਂ ਬਾਅਦ ਤੁਹਾਡਾ ਕੀ ਕਹਿੰਦੇ ਅਪੁਆਇੰਟਮੈਂਟ ਲਈ ਜਾਂਦੀ ਹੈ, ਐਂਡ ਅਪੁਆਇੰਟਮੈਂਟ ਲੈ ਕੇ ਤੁਸੀਂ ਆਪਣੀ ਵੀਜ਼ਾ ਇੰਟਰਵਿਊ ਲਈ ਜਾਂਦੇ ਹੋ। ਜੀ ਬਿਲਕੁਲ, ਕਿਉਂਕਿ USA ਦੀ ਜਿਹੜੀ ਕ੍ਰਾਈਟੇਰੀਆ ਉਹ ਤੁਸੀਂ ਮੀਟ ਕਰਦੇ ਹੋ ਤਾਂ ਤੁਹਾਨੂੰ ਵੀਜ਼ਾ ਜਿਹੜਾ USA ਦਿੰਦਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਵਾਰ-ਵਾਰ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਇੰਟਰਵਿਊ ਬੇਸਡ ਵੀਜ਼ਾ ਹੁੰਦਾ ਹੈ ਉਹ ਤੁਹਾਨੂੰ ਇੰਟਰਵਿਊ ਕਲੀਅਰ ਕਰਨੀ ਹੁੰਦੀ ਹੈ, ਚਾਹੇ ਤੁਸੀਂ ਇੰਗਲਿਸ਼ 'ਚ ਆਈਲੈਟਸ ਕੀਤੀ ਹੈ ਕਿ ਨਹੀਂ ਕੀਤੀ ਹੈ ਇਹ ਮੈਟਰ ਨਹੀਂ ਕਰਦਾ, ਲੇਕਿਨ ਜਿਹੜੀ ਇੰਟਰਵਿਊ ਆ ਉਹ ਹੋਣੀ ਹੈ। ਉਹਦੇ ਵਿੱਚ ਅਗਰ ਤੁਹਾਨੂੰ ਕੋਈ ਇਹ ਕੰਸਲਟੈਂਟ ਕਹਿੰਦਾ ਕਿ ਤੁਹਾਡੀ ਇੰਟਰਵਿਊ ਅਸੀਂ ਕਲੀਅਰ ਕਰਾ ਦਾਂਗੇ ਜਾਂ ਫਿਰ ਵਿਦਆਊਟ ਆਈਲੈਟਸ ਤੁਸੀਂ ਅਪਲਾਈ ਕਰ ਦਿਓ ਆ ਜਾਏਗਾ ਜੀ ਵੀਜ਼ਾ, ਤਾਂ ਇਹਨਾਂ ਚੱਕਰਾਂ 'ਚ ਤੁਸੀਂ ਨਾ ਪਿਆ ਕਰੋ। ਕਈ ਲੋਕੀ ਬਹੁਤ ਸਾਰੇ ਫੋਨ ਕਰਦੇ ਹੁੰਦੇ ਆ, ਮੈਸੇਜ ਕਰਦੇ ਹੁੰਦੇ ਆ ਕਿ ਜੀ ਪੈਕੇਜ ਵਾਲੇ ਵੀ ਇਹੋ ਜਿਹੇ ਬਹੁਤ ਕੰਸਲਟੈਂਟ ਬੈਠੇ ਨੇ ਜਿਹੜੇ ਪੈਕੇਜ ਕਰਦੇ ਨੇ, ਉਹ ਤੁਹਾਨੂੰ ਸਿੱਧਾ ਹੀ ਕਹਿੰਦੇ ਨੇ ਕਿ ਇੰਨੇ ਕੀ ਪੈਸੇ ਦੇ ਦਿਓ ਅਸੀਂ ਤੁਹਾਡਾ ਵੀਜ਼ਾ ਲਗਵਾ ਦਾਂਗੇ, ਲੇਕਿਨ ਤੁਹਾਨੂੰ ਬਾਅਦ 'ਚ ਦੇਖਣ ਨੂੰ ਮਿਲਦਾ ਕਿ ਜਦੋਂ ਰਿਫਿਊਜ਼ਲ ਹੱਥ 'ਚ ਆਉਂਦੀ ਹੈ ਨਾ ਤੁਹਾਨੂੰ ਇਹ ਪਤਾ ਲੱਗਦਾ ਕਿ ਰਿਫਿਊਜ਼ਲ ਦੇ ਕਾਰਨ ਕੀ ਨੇ, ਤੇ ਨਾ ਤੁਹਾਨੂੰ ਅਗਲਾ ਦੱਸਦਾ ਕਿ ਵਾਕਈ ਕਿਹੜੇ ਡਾਕੂਮੈਂਟ ਜਿਹੜੇ ਸੀ ਉਹ ਤੁਹਾਨੂੰ ਉਸ ਫਾਈਲ ਦੇ ਵਿੱਚ ਜਿਹੜੇ ਕੰਸਲਟੈਂਟ ਨੇ ਤੁਹਾਡੀ ਲਗਾਏ ਸੀਗੇ। ਔਰ ਜਦੋਂ ਰਿਫਿਊਜ਼ ਹੁੰਦਾ ਹੈ ਤਾਂ ਪਾਸਪੋਰਟ ਤੁਹਾਡਾ ਖਰਾਬ ਹੁੰਦਾ ਹੈ, ਜਿਹੜਾ ਫਿਊਚਰ ਹੈ ਤੁਹਾਡਾ ਖਰਾਬ ਹੁੰਦਾ ਹੈ। ਇਸੇ ਕਰਕੇ ਜਦੋਂ ਵੀ ਤੁਸੀਂ ਜਾਣਾ ਹੁੰਦਾ ਹੈ ਕਿਸੇ ਕੰਸਲਟੈਂਟ ਕੋਲ ਤੇ ਇੱਕ ਵਾਰੀ ਸੋਚ ਸਮਝ ਕੇ ਜਾਇਆ ਕਰੋ, ਕਿਉਂਕਿ ਬਹੁਤ ਸਾਰੇ ਕੰਸਲਟੈਂਟ ਜਿਹੜੇ ਨੇ ਮਾਰਕੀਟ 'ਚ ਬੈਠੇ ਨੇ, ਕਿਉਂਕਿ ਸਾਰਿਆਂ ਦਾ ਕੰਮਕਾਰ ਹੈਗੇ ਨੇ, ਸਾਰਿਆਂ ਨੇ ਕੰਮ ਕਰਨਾ, ਲੇਕਿਨ ਜਿਹੜੇ ਬੈਸਟ ਹੈਗੇ ਨੇ ਤੁਸੀਂ ਉਹਨਾਂ ਕੋਲ ਜਾਇਆ ਕਰੋ। ਜਿਵੇਂ ਕਿ ਲੈਂਡਮਾਰਕ ਇਮੀਗ੍ਰੇਸ਼ਨ ਹੈ, ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇਹੀ ਲੈਂਡਮਾਰਕ ਦੀ ਪਹਿਚਾਣ ਹੈ, ਕਿਉਂਕਿ ਲੋਕੀ ਸਾਨੂੰ ਫੋਨ ਨਹੀਂ ਕਰਦੇ, ਡਾਇਰੈਕਟਲੀ ਆਫਿਸ ਆਉਂਦੇ ਨੇ ਤੇ ਆਪਣੀ ਪ੍ਰੋਫਾਈਲ ਡਿਸਕਸ ਕਰਦੇ ਨੇ। ਉਸ ਤੋਂ ਬਾਅਦ ਅਗਰ ਇੰਨੇ ਸਾਲ ਦਾ ਜਿਹੜਾ ਕੰਮ ਕਰਨ ਦਾ ਫਾਇਦਾ ਇਹ ਵੀ ਹੈ
ਕਿ ਤੁਸੀਂ ਦੇਖੋ ਅੱਜ ਜਿਹੜੇ ਕੰਸਲਟੈਂਟ ਇੱਥੇ ਬੈਠੇ ਨੇ ਜਾਂ ਕੋਈ ਵੀ ਕੰਪਨੀ ਜਿਹੜੀ ਬੈਠੀ ਹੈ ਉਹਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦਾ ਇੱਕ ਬਹੁਤ ਵੱਡਾ ਨਾਮ ਹੈਗਾ। ਔਰ ਜਿਹੜੀ ਕਹਿ ਸਕਦੇ ਹਾਂ ਕਿ ਜਿਹੜੇ ਕੇਸ ਵੀ ਆਉਂਦੇ ਨੇ ਉਹ ਫੈਮਿਲੀ ਟੂ ਫੈਮਿਲੀ ਆਉਂਦੇ ਨੇ। ਅੱਜ ਦੀ ਡੇਟ 'ਚ ਇਹੋ ਜਿਹੇ ਜਿਹੜੇ ਲੋਕਾਂ ਦਾ ਵਿਸ਼ਵਾਸ ਹੈ ਉਹ ਲੈਂਡਮਾਰਕ ਦੇ ਲਈ ਬਣ ਚੁੱਕਿਆ ਹੋਇਆ। ਤਾਂ ਆਪਾਂ ਗੱਲ ਕਰਾਂਗੇ ਕੈਨੇਡਾ ਦੀ, ਕਿਉਂਕਿ ਕੈਨੇਡਾ ਨੂੰ ਲੈ ਕੇ ਹੁਣ ਪਿੱਛੇ ਖਬਰ ਵੀ ਆਈ ਸੀ ਕਿ ਕੈਨੇਡਾ ਐਮਬੈਸੀ ਨੇ ਬਹੁਤ ਸਾਰਾ ਸਟਾਫ ਹਾਇਰ ਕੀਤਾ, ਕਿਉਂਕਿ ਰਿਫਿਊਜ਼ਲਾਂ ਦੇਖਣ ਨੂੰ ਮਿਲੀਆਂ ਸੀ ਕੈਨੇਡਾ ਦੇ ਵਿੱਚ, ਬਹੁਤ ਸਾਰੀਆਂ ਲਾਸਟ ਟਾਈਮ ਰਿਫਿਊਜ਼ਲਾਂ ਆਈਆਂ ਸੀਗੀਆਂ। ਤੇ ਹੁਣ ਕੈਨੇਡਾ ਐਮਬੈਸੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਜਿਹੜਾ ਸਟਾਫ ਹੈ ਹਾਇਰ ਕਰਤਾ ਹੈ ਔਰ ਮੈਕਸਿਮਮ ਵੀਜ਼ਾ ਜਿਹੜੇ ਨੇ ਆਪਾਂ ਹੁਣ ਜਿਹੜੇ ਸਟੂਡੈਂਟਾਂ ਨੂੰ ਦੇਣੇ ਨੇ ਔਰ ਮੈਕਸਿਮਮ ਟੂਰਿਸਟ ਵੀਜ਼ਾ ਆਪਾਂ ਜਿਹੜੇ ਉਹ ਡਿਸਟ੍ਰੀਬਿਊਟ ਕਰਨੇ ਨੇ। ਕੀ ਕਹਿਣਾ ਚਾਹੋਗੇ ਜਿਹੜੇ ਕੈਨੇਡਾ ਨੂੰ ਲੈ ਕੇ ਡਰੇ ਹੋਏ ਸੀਗੇ? ਸੋ ਦੇਖੋ, ਕੈਨੇਡਾ ਨੂੰ ਲੈ ਕੇ ਡਰਨ ਦੀ ਕੋਈ ਲੋੜ ਨਹੀਂ ਹੈਗੀ। ਇਸ ਟਾਈਮ ਤੇ ਬਹੁਤ ਸਾਰੀਆਂ PPRs ਆ ਰਹੀਆਂ। ਸੋ ਇਸ ਮਹੀਨੇ ਸਾਡੇ ਕੋਲ ਇੱਕ 148 ਦੇ ਕਰੀਬ PPRs ਆਈਆਂ, ਸਟੱਡੀ ਵੀਜ਼ਾ 'ਚ 73 PPRs ਆਈਆਂ, ਟੂਰਿਸਟ ਵੀਜ਼ਾ 'ਚ 43 PPRs ਆਈਆਂ, ਸਪਾਊਸ ਵੀਜ਼ਾ 'ਚ। ਸੋ ਬਹੁਤ ਸਾਰੀਆਂ PPRs ਆ ਰਹੀਆਂ। ਸੋ ਹੁਣੇ ਵੀ ਤੁਸੀਂ ਵੀਜ਼ਾ ਹੈਂਡਓਵਰ ਕੀਤਾ ਹੋਣਾ ਸਪਾਊਸ ਕੈਟਾਗਰੀ 'ਚ। ਸੋ ਬਹੁਤ ਸਾਰੇ ਪਾਸਪੋਰਟਸ ਔਰ ਵੀਜ਼ਾਸ ਲੱਗ ਕੇ ਆ ਰਹੇ ਨੇ। ਅੱਜ ਵੀ 28 ਪਾਸਪੋਰਟ ਵੀਜ਼ਾ ਲੱਗ ਕੇ ਆਏ ਨੇ। ਸੋ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਪਤਾ ਹੀ ਹੈ ਪਿਛਲੇ 15 ਸਾਲਾਂ ਤੋਂ ਜੈਨੂਇਨ ਵੀਜ਼ਾ ਗਾਈਡੈਂਸ ਦਿੰਦਾ ਆ ਰਿਹਾ। ਔਰ ਸਾਡੇ ਵੱਖ-ਵੱਖ ਸ਼ਹਿਰਾਂ 'ਚ ਆਫਿਸ ਹੈਗੇ ਆ, ਤੁਸੀਂ ਨੀਅਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ। ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੋਗਾ, ਬਠਿੰਡਾ, ਚੰਡੀਗੜ੍ਹ, ਮੋਹਾਲੀ, ਤੁਸੀਂ ਸਾਡੇ ਆਫਿਸਿਸ ਵਿਜ਼ਿਟ ਕਰ ਸਕਦੇ ਹੋ। ਔਰ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰਕੇ ਤੁਸੀਂ ਪ੍ਰੋਪਰ ਕਾਉਂਸਲਿੰਗ ਲੈ ਸਕਦੇ ਹੋ। ਸਰ ਇੱਕ ਬਹੁਤ ਵੱਡੀ ਜਿਹੜੀ ਇੱਕ ਪ੍ਰੋਬਲਮ ਦੇਖਣ ਨੂੰ ਆਉਂਦੀ ਹੈ, ਇਹ ਲਾਸਟ ਹੀ ਕੁਐਸਚਨ ਹੈ ਕਿਉਂਕਿ ਟਾਈਮ ਜਿਹੜਾ ਜਿਹਾ ਇਸ਼ਾਰਾ ਆ ਰਿਹਾ ਬਾਰ-ਬਾਰ ਕਿ ਟਾਈਮ ਜਿਹੜਾ ਕੰਪਲੀਟ ਹੋਣ ਵਾਲਾ ਹੈ। ਇੱਕ ਲਾਸਟ ਕੁਐਸਚਨ ਪੁੱਛਣਾ ਚਾਹਾਂਗਾ। ਬਹੁਤ ਸਾਰੇ ਜਿਹੜੇ ਇੱਥੇ ਵੀਜ਼ਾ ਹੈਂਡਓਵਰ ਅਸੀਂ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਦੇ ਕੁਐਸਚਨ ਹੁੰਦੇ ਨੇ ਕਿ ਅਸੀਂ ਮਿਲਣਾ ਹੈ ਜਸਮੀਤ ਸਰ ਨੂੰ ਮਿਲਣਾ ਹੈ, ਕਿਉਂਕਿ ਉਹਨਾਂ ਨੂੰ ਮਿਲ ਕੇ ਗੱਲ ਕਰਨੀ ਹੈ ਜਾਂ ਗੱਲ ਕਰਨਾ ਚਾਹੁੰਦੇ ਨੇ, ਥੈਂਕਸ ਕਰਨਾ ਚਾਹੁੰਦੇ ਨੇ। ਤੁਸੀਂ ਕਿਵੇਂ ਮੈਨੇਜ ਕਰਦੇ ਹੋ ਕਿ ਜਿਹੜੇ ਲੋਕੀ ਤੁਹਾਨੂੰ ਮਿਲਦੇ ਨੇ ਔਰ ਕੀ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ? ਕਿਉਂਕਿ ਕਈ ਵਾਰੀ ਅਸੀਂ ਦੇਖਿਆ ਬਹੁਤ ਸਾਰੀ ਰਿਫਿਊਜ਼ਲਾਂ ਤੋਂ ਬਾਅਦ ਕਈ ਕੰਸਲਟੈਂਟਾਂ ਕੋਲ ਰਿਫਿਊਜ਼ਲ ਲਗਾਉਣ ਤੋਂ ਬਾਅਦ ਲੈਂਡਮਾਰਕ ਆ ਕੇ ਅਪਲਾਈ ਕਰਦੇ ਨੇ ਤੇ ਥੈਂਕਸ ਕਰਕੇ ਜਾਂਦੇ ਨੇ। ਕੀ ਕਹਿਣਾ ਚਾਹੋਗੇ ਸਰ ਉਹਨਾਂ ਬੱਚਿਆਂ ਦੇ ਲਈ? ਸੋ ਜੇ ਸਾਨੂੰ ਮਿਲਣਾ ਚਾਹੁੰਦੇ ਹੋ, ਦੇਖੋ ਮੇਰਾ ਟਾਈਟ ਸ਼ਡਿਊਲ ਹੁੰਦਾ, ਬਟ ਅਪਾਇੰਟਮੈਂਟ ਜੇ ਤੁਸੀਂ ਲੈ ਲਓਗੇ 90413 90412 ਤੇ ਤੁਸੀਂ ਅਪਾਇੰਟਮੈਂਟ ਲੈ ਕੇ ਮੈਨੂੰ ਕਦੀ ਵੀ ਮਿਲ ਸਕਦੇ ਹੋ। ਜੀ ਬਿਲਕੁਲ, ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਕਿਉਂਕਿ ਜਿਹੜਾ ਸਮਾਂ ਹੁੰਦਾ ਉਹ ਲਿਮਿਟਡ ਹੀ ਹੁੰਦਾ ਹੈ। ਉਹਦੇ ਵਿੱਚ ਹੀ ਅਸੀਂ ਆਪਣੀ ਗੱਲਬਾਤ ਪੂਰੀ ਕਰਨੀ ਹੁੰਦੀ ਹੈ। ਤੁਹਾਡੇ ਵੀ ਕੁਐਸਚਨ ਹੁੰਦੇ, ਉਹਨਾਂ ਦੇ ਆਨਸਰ ਵੀ ਦੇਣੇ ਹੁੰਦੇ ਆ। ਕੁਝ ਵੀਜ਼ਾ ਅਸੀਂ ਜਿਹੜੇ ਹੈਂਡਓਵਰ ਕੀਤੇ ਹੁੰਦੇ ਆ ਉਹ ਵੀ ਤੁਹਾਨੂੰ ਦਿਖਾਣੇ ਹੁੰਦੇ ਆ ਔਰ ਉਹ ਉਹਨਾਂ ਦੇ ਅਕੋਰਡਿੰਗ ਹੀ ਅਗਲਾ ਸ਼ਡਿਊਲ ਜਿਹੜਾ ਜੇ ਅਸੀਂ ਫਾਈਨਲ ਕਰਨਾ ਹੁੰਦਾ। ਅੱਜ ਦੇ ਸ਼ੋਅ ਵਿੱਚ ਇੰਨਾ ਹੀ। ਧੰਨਵਾਦ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਲੈਂਡਮਾਰਕ ਇਮੀਗ੍ਰੇਸ਼ਨ 'ਚ। ਮੇਰੇ ਨਾਲ ਜੁੜ ਚੁੱਕੇ ਨੇ ਸਟੂਡੈਂਟ ਨੀਸ਼ਾ ਜੋ ਆਏ ਨੇ ਰਾਜਪੁਰਾ ਤੋਂ। ਕੰਗ੍ਰੈਚੁਲੇਸ਼ਨ। ਥੈਂਕ ਯੂ ਮੈਮ। ਨੀਸ਼ਾ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦਾ ਐਕਸਪੀਰੀਅੰਸ ਲੈਂਡਮਾਰਕ ਨਾਲ ਕਿਵੇਂ ਰਿਹਾ, ਸਰਵਿਸਿਜ਼ ਕਿਵੇਂ ਦੀਆਂ ਲੱਗੀਆਂ ਉਹਨਾਂ ਨੂੰ ਲੈਂਡਮਾਰਕ ਦੀਆਂ, ਤੇ ਲੈਂਡਮਾਰਕ ਦਾ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਸੀ। My name is Nisha. I'm from Rajpura, Patiala. I had passed my senior secondary education in 2019 in non-medical stream with 83%. In last 2 years, I got 3 refusals from Yorkville University, but now I got my visa from Landmark Immigration, especially thanks to the Navdeep ma'am and all staff members who helps me a lot and guide me at every time. ਓਕੇ, ਜਿਵੇਂ ਤੁਸੀਂ ਨਿਸ਼ਾ ਦੱਸਿਆ ਕਿ ਤੁਹਾਡੀ ਪਹਿਲਾਂ 3 ਰਿਫਿਊਜ਼ਲ ਸੀਗੀਆਂ, ਉਸ ਹਾਂਜੀ। ਤੋਂ ਬਾਅਦ ਤੁਹਾਡਾ ਵੀਜ਼ਾ ਆਇਆ, ਤੇ ਲੈਂਡਮਾਰਕ ਦਾ ਪਤਾ ਕਿਵੇਂ ਲੱਗਿਆ ਸੀਗਾ ਤੇ ਲੈਂਡਮਾਰਕ ਤੇ ਟਰਸਟ ਕਿਵੇਂ ਬਣਿਆ? ਲੈਂਡਮਾਰਕ ਚੂਜ਼ ਕੀਤਾ ਬਿਕੋਜ਼ ਆਫ ਸੋਸ਼ਲ ਮੀਡੀਆ। ਦੈਨ ਆਈ ਟਰਸਟ ਕਿ ਮੈਨੂੰ ਇੱਥੋਂ ਵੀਜ਼ਾ ਨਿਕਲ ਸਕਦਾ ਮੇਰਾ, ਸੋ ਦੈਟਸ ਵਾਈ ਆਈ ਚੂਜ਼ ਦ ਲੈਂਡਮਾਰਕ ਇਮੀਗ੍ਰੇਸ਼ਨ। ਓਕੇ, ਤੇ ਇੰਡੀਆ ਦੀ ਸਟੱਡੀ ਕੀ ਸੀਗੀ ਤੁਹਾਡੀ? ਅੱਗੇ ਕਿਹੜੀ ਸਟੱਡੀ ਲਈ ਤੁਸੀਂ ਜਾ ਰਹੇ ਹੋ? ਮੇਰਾ ਕੋਰਸ ਹੈ ਐਸੋਸੀਏਟ ਆਫ ਆਰਟਸ ਇਨ ਯੂਨੀਵਰਸਿਟੀ ਕੈਨੇਡਾ ਵੈਸਟ ਵੈਂਕੂਵਰ ਐਂਡ 2 ਈਅਰ ਦਾ ਡਿਗਰੀ ਹੈ ਇਹ। ਓਕੇ, ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? I would like to recommend everyone must visit once Landmark Immigration before looking to the good immigration lawyer. ਜਿਵੇਂ ਨੀਸ਼ਾ ਨੇ ਦੱਸਿਆ ਕਿ ਉਹਨਾਂ ਦੀਆਂ 3 ਰਿਫਿਊਜ਼ਲ ਸੀਗੇ, ਦੈਨ ਉਹਨਾਂ ਦਾ ਫਿਰ ਲੈਂਡਮਾਰਕ ਤੋਂ ਅੱਜ ਵੀਜ਼ਾ ਆ ਗਿਆ ਹੈ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬਿਨਾਂ ਕਿਸੇ ਰਿਫਿਊਜ਼ਲ ਤੋਂ ਵੀਜ਼ਾ ਆਵੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। ਮੇਰੇ ਨਾਲ ਇੱਕ ਹੋਰ ਨਵੇਂ ਸਟੂਡੈਂਟ ਜੁੜ ਚੁੱਕੇ ਨੇ, ਕੋਮਲਪ੍ਰੀਤ ਕੌਰ ਜੋ ਆਏ ਨੇ ਅੰਮ੍ਰਿਤਸਰ ਤੋਂ ਮੋਹਾਲੀ ਆਫਿਸ ਆਪਣਾ ਵੀਜ਼ਾ ਪਾਸਪੋਰਟ ਲੈਣ ਲਈ। ਕੰਗ੍ਰੈਚੁਲੇਸ਼ਨ। ਥੈਂਕ ਯੂ ਮੈਮ। ਤੇ ਕੋਮਲ ਨਾਲ ਗੱਲ ਕਰਦੇ ਹਾਂ ਕਿ ਲੈਂਡਮਾਰਕ ਨਾਲ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ? ਜੀ ਲੈਂਡਮਾਰਕ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਜਿਹੜੇ ਸਟਾਫ ਹੈ ਉਹ ਮਤਲਬ ਕਿ ਬਹੁਤ ਪੋਲਾਈਟ ਹੈ ਐਂਡ ਉਹਨਾਂ ਨੇ ਮੇਰਾ ਜਿਹੜੇ ਵੀ ਹੈਗੇ ਮਤਲਬ ਕਿ ਫਾਈਲਸ ਬਹੁਤ ਮਤਲਬ ਕਿ ਵਧੀਆ ਤਰੀਕੇ ਨਾਲ ਕੀਤੀ ਉਹਨਾਂ ਨੇ। ਆਈ ਐਮ ਵੈਰੀ ਥੈਂਕਫੁਲ ਫॉर ਐਵਰੀ ਮੈਂਬਰ ਆਫ ਦਿਸ ਸਟਾਫ। ਓਕੇ ਕੋਮਲ, ਤੁਹਾਡੀ ਇੰਡੀਆ ਦੀ ਸਟੱਡੀ ਕਿਸੇ ਅੱਗੇ ਕਿਹੜੀ ਸਟੱਡੀ ਲਈ ਤੁਸੀਂ ਜਾ ਰਹੇ ਹੋ ਔਰ ਆਈਐਲਟਸ ਸਕੋਰ ਕੀ ਨੇ? ਲੈਂਡਮਾਰਕ ਦਾ ਪਤਾ ਕਿਵੇਂ ਲੱਗਿਆ ਸੀ ਤੁਹਾਨੂੰ?
ਮੇਰੀ ਸਿਸਟਰ ਦਾ ਵੀਜ਼ਾ ਇੱਥੋਂ ਲੱਗਾ ਸੀ 3 ਸਾਲ ਪਹਿਲਾਂ, ਤੋਂ ਮੈਂ ਫਿਰ ਦੁਬਾਰਾ ਉਹਨਾਂ ਦੇ ਆਫਿਸ ਕੀਤਾ ਵਿਜ਼ਿਟ, ਤੇ ਮੇਰੀ ਪੀਟੀ ਸਕੋਰ ਮਤਲਬ ਕਿ 59 ਪੀਟੀ ਸਕੋਰ ਸੀ, ਤੇ ਮੈਂ ਉੱਥੇ ਜਾ ਕੇ ਹੁਣ ਕੰਪਿਊਟਰ ਦਾ ਕੋਰਸ ਲਿਆ ਵਾ ਸੌਰਟ ਕਾਲਜ ਵਿੱਚ। ਜਿਵੇਂ ਕੋਮਲ ਨੇ ਦੱਸਿਆ ਕਿ ਉਹਨਾਂ ਨੇ ਪੀਟੀ ਕੀਤੀ ਹੈ, 59 ਸਕੋਰ ਨੇ ਉਹਨਾਂ ਦੇ, ਤੇ ਉਹਨਾਂ ਦਾ ਅੱਜ ਵੀਜ਼ਾ ਆ ਚੁੱਕਿਆ। ਅਗਰ ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।